ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਅੱਜ ਦੀ ਕਲਾਸ ਵਿੱਚ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। ਕੱਲ੍ਹ ਦੀ ਵਿਚਾਰ ਵਿੱਚ 5 ਕਕਾਰਾਂ ਦੇ ਵਿੱਚੋਂ ਅਸੀਂ ਪਹਿਲੇ 2 ਕਕਾਰ ਈਸ਼ ਅਤੇ ਕਿਰਪਾਨ ਇਹਦੀ ਵਿਚਾਰ ਕਰ ਚੁੱਕੇ ਹਾਂ। ਅੱਜ ਉਸ ਤੋਂ ਅੱਗੇ ਵਿਚਾਰ ਆਪਾਂ ਆਰੰਭ ਕਰਾਂਗੇ। ਜਿੱਥੇ ਲਾਸਟ ਵਿੱਚ ਅਸੀਂ ਮੱਧ ਪੜ੍ਹੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ 5 ਕੱਕਿਆਂ ਈਸ਼, ਕਿਰਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ। ਇਹ ਵਿੱਚੋਂ ਅਸੀਂ 2 ਪਹਿਲੀਆਂ ਵਿਚਾਰਾਂ ਕਰ ਚੁੱਕੇ ਹਾਂ। ਤੀਜੀ ਹੈ ਕਛਹਿਰਾ। ਸਿੱਖ ਰਹਿਤ ਮਰਿਆਦਾ ਵਿੱਚ ਇਹ ਤੀਸਰੇ ਨੰਬਰ ਦੇ ਉੱਤੇ ਇਸ ਕਕਾਰ ਨੂੰ ਦਰਜ ਕੀਤਾ ਗਿਆ ਹੈ। ਫੁੱਟਨੋਟ ਵਿੱਚ ਇਹਦੀ ਵਿਆਖਿਆ ਵੀ ਕੀਤੀ ਗਈ ਹੈ। ਕਛਹਿਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ ਹੈ, ਪਰ ਗੋਡਿਆਂ ਤੋਂ ਨੀਵਾਂ ਨਾ ਹੋ। ਇਹ ਫੁੱਟਨੋਟ ਵਿੱਚ ਇਹਦੀ ਵਿਆਖਿਆ ਜਿਹੜੀ ਹੈ ਕਛਹਿਰੇ ਦੇ ਬਾਰੇ ਚ ਕੀਤੀ ਸਿੱਖ ਰਹਿਤ ਮਰਿਆਦਾ ਦਿੱਤੀ ਗਈ ਹੈ। ਕਛਹਿਰਾ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬਖਸ਼ਿਆ। ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ, ਜੋ ਨਵੀਨ ਪੰਥ ਪ੍ਰਕਾਸ਼ 1923 ਦਾ ਐਡੀਸ਼ਨ ਸੀ, ਉਹਦੇ ਵਿੱਚ ਲਿਖਦੇ ਹਨ, ਕਮਰ ਕਛਹਿਰੇ ਸਜੇ ਅਸ਼ਹਿਰੇ, ਜੰਜੂ ਸਭ ਤੇਗੇ ਗਰਗ ਪਹਿਰੇ, ਸੂਦੇ ਦਾੜੇ ਅਰ ਦਸਤਾਰੇ, ਕਿਤਕ ਦੂਰ ਸਨਮੁਖੇ ਖਿਲਾਰੇ। ਘੱਲੂਘਾਰਿਆਂ ਦੇ ਸਮੇਂ ਦੇ ਵਿੱਚ ਵੀ ਸਿੰਘਾਂ ਦੇ ਵਸਤਰਾਂ ਦਾ ਜ਼ਿਕਰ ਕਰਦਿਆਂ ਹੋਇਆਂ ਯਾਨੀ ਗਿਆਨ ਸਿੰਘ ਜੀ ਫਿਰ ਲਿਖਦੇ ਹਨ, ਖਟ ਰਸ ਕਾਵੈ ਸਵਾਦ ਨਾ ਜਾਣੇ, ਕੱਪੜਾ ਔਰ ਨਾ ਤਨ ਪਰ ਠਾਨੇ, ਕਮਰ ਜਾਂਘੀਆਂ ਇੱਕ ਸਿਰ ਪਟਕਾ, ਭੂਰੇ ਗਿਲਤੀ ਬਾਣਾ ਝਟਕਾ। ਤੋ ਲੱਕ ਦੁਆਲੇ ਇੱਕ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣੇ ਕਿਰਦਾਰ ਨੂੰ, ਆਚਰਨ ਨੂੰ ਬਹੁਤ ਉੱਚਾ ਤੇ ਸੁੱਚਾ ਰੱਖਣਾ ਹੈ। ਇਹ 5 ਕਕਾਰ ਜਿੱਥੇ ਸਰੀਰ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਵਾਲੇ ਹਨ, ਉੱਥੇ ਇਹਨਾਂ ਨੂੰ ਪਹਿਨਣ ਨਾਲ ਉਸ ਰੂਪ ਨੂੰ ਸੰਪੂਰਨਤਾ ਮਿਲਦੀ ਹੈ ਜੋ ਰੂਪ ਸਿੱਖ ਦੇ ਗੁਰੂ ਦਾ ਹੋਣਾ ਚਾਹੀਦਾ ਹੈ, ਗੁਰੂ ਕੇ ਸਿੱਖ ਦਾ ਹੋਣਾ ਚਾਹੀਦਾ ਹੈ। ਇਹ ਸਤਿਗੁਰੂ ਦੀ ਇੱਕ ਮਹਾਨ ਦੇਣ ਹੈ ਸਾਨੂੰ, ਇਹ 5 ਕਕਾਰ। ਉਹ ਸਿੱਖ ਇਹਨਾਂ ਕਕਾਰਾਂ ਨੂੰ ਹਮੇਸ਼ਾ ਹੀ ਸਤਿਮਾਨ, ਪਿਆਰ, ਸਤਿਕਾਰ ਬਖਸ਼ਦਾ। ਸਿੱਖ ਦੇ ਕਕਾਰ ਇਸ ਲਈ ਧਾਰਨ ਕਰਨੇ ਹਨ ਕਿਉਂਕਿ ਐਸਾ ਕਰਨਾ ਗੁਰੂ ਜੀ ਦਾ ਹੁਕਮ ਹੈ। ਗੁਰੂ ਜੀ ਦੀ ਪ੍ਰਸੰਨਤਾ, ਖੁਸ਼ੀ, ਹੁਕਮ ਰਜ਼ਾਈ ਚੱਲਣਾ, ਇਹ ਇਹਨਾਂ ਕਕਾਰਾਂ ਨੂੰ ਧਾਰਨ ਕਰਨ ਵਿੱਚ ਹੀ ਹੋ ਸਕਦਾ ਹੈ। ਇਸ ਲਈ ਕਿਸੇ ਵੀ ਕਕਾਰ ਦਾ ਤਿਆਗ ਸਿੱਖ ਨਹੀਂ ਕਰ ਸਕਦਾ। ਗੱਲ ਬੜੀ ਸਪਸ਼ਟ ਹੈ
ਵੀ ਇਸ ਕਛਹਿਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵੈਸੇ ਤਾਂ ਨੰਗੇਜ ਢਕਣ ਦੇ ਲਈ ਲਗੋਟੀ, ਕਛੋਟੀ, ਤਹਿਮਤ, ਧੋਤੀ, ਦੂਜੇ ਕੱਛਾ ਜਦੋਂ ਅਸੀਂ ਕਹਿ ਦਿੰਦੇ ਹਾਂ, ਮੁੱਝ ਦੀ ਰੱਸੀ, ਤੜਾਕੀਆਂ ਆਦਿ, ਇਹ ਚੀਜ਼ਾਂ ਆਮ ਵਰਤੀਆਂ ਜਾਂਦੀਆਂ ਸੀ। ਪਰ ਗੁਰੂ ਸਾਹਿਬ ਨੇ ਕਛਹਿਰੇ ਦਾ ਵਿਸ਼ੇਸ਼ ਕਟਾਈ ਅਤੇ ਉਸ ਦੀ ਵਿਸ਼ੇਸ਼ ਬਣਤਰ ਆਕਾਰਾਂ ਦੇ ਵਿੱਚ ਸ਼ਾਮਿਲ ਕੀਤੀ, ਜਿਹਨੂੰ ਅਸੀਂ ਰੇਬਦਾਰ ਕਛਹਿਰਾ ਕਹਿੰਦੇ ਹਾਂ। ਰੇਬਦਾਰ, ਜੇ ਅਸੀਂ ਆਪਣੇ ਗੁਆਂਢੀ ਮੱਤ ਵਿੱਚ ਵੇਖਦੇ ਹਾਂ, ਉੱਥੇ ਜਾ ਕੇ ਤੇ ਧਾਰਮਿਕ ਕਰਮ ਕਾਂਡਾਂ ਵਿੱਚ ਅਤੇ ਇਸਲਾਮ ਵਿੱਚ ਹਜ ਕਰਨ ਸਮੇਂ ਹਰ ਸੀਤੇ ਬਿਨਾਂ ਗੱਠ ਦੇ ਕੱਪੜੇ ਪਾਏ ਜਾਂਦੇ ਹਨ। ਉਹਦੇ ਵਿੱਚ ਕੋਈ ਨਾੜਾ ਵਗੈਰਾ ਨਹੀਂ ਹੁੰਦਾ। ਇਸ ਦੇ ਉਲਟ ਕਛਹਿਰੇ ਦੇ ਵਿੱਚ ਜਿਹੜਾ ਕਛਹਿਰਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ, ਉਹਦੀ ਸਿਲਾਈ ਵਿੱਚ ਬਹੁਤ ਸੀਣਾ ਵੱਜਦੀਆਂ ਹਨ। ਜਦੋਂ ਰਹਿਤਨਾਮਿਆਂ ਰਾਹੀਂ ਗੁਰੂ ਜੀ ਦਾ ਹੁਕਮ ਹੋਇਆ ਕਿ ਕਿਸੇ ਵੀ ਰੂਪ ਵਿੱਚ ਕਿਰਪਾਨ ਅਤੇ ਕਛਹਿਰੇ ਨੂੰ ਵੱਖ ਨਹੀਂ ਕਰਨਾ, ਤਾਂ ਸਹਿਜ ਸੁਭਾਅ ਹੀ ਸੀ ਵੀ ਖਾਲਸੇ ਨੇ ਇਸ ਨੂੰ ਆਪਣੇ ਨਿਆਰੇਪਨ ਵਿੱਚ ਸ਼ਾਮਿਲ ਕਰ ਲਿਆ। ਤਾਂ ਸਪਸ਼ਟ ਹੈ ਕਿ ਕਛਹਿਰਾ ਗੋਡਿਆਂ ਤੋਂ ਨੀਵਾਂ ਨਹੀਂ ਹੋਣਾ ਚਾਹੀਦਾ। ਇਸ ਬਾਰੇ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ 10 ਮਈ 1942 ਨੂੰ ਇੱਕ ਹੋਈ। ਉਹਦੇ ਵਿੱਚ ਕਛਹਿਰੇ ਦੇ ਲੱਛਣ ਬਾਰੇ ਕੁਝ ਵਿਚਾਰ ਜਿਹੜੇ ਸੀ ਕੀਤੇ ਤੇ ਨਿਰਣੇ ਲਏ ਗਏ। ਉੱਥੇ ਹੈਡਿੰਗ ਹੈ ਕਛਹਿਰੇ ਦਾ ਲੱਛਣ। ਸਰਦਾਰ ਰਘਵੀਰ ਸਿੰਘ ਜੀ ਵਾਸੂ ਦੀ ਪੱਤਰਕਾ ਮਿਤੀ 10 ਮਈ 1942 ਕਿ ਸਿੱਖ ਲਈ ਤੰਗ ਪਹੁੰਚਿਆ ਵਾਲਾ ਨਿੱਕਰਨੁਮਾ ਕਛਹਿਰਾ ਪਾਉਣਾ ਯੋਗ ਹੈ ਜਾਂ ਨਹੀਂ। ਇਹ ਬਤਾ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਕਛਹਿਰਾ ਗੋਡਿਆਂ ਤੋਂ ਨੀਵਾਂ ਨਹੀਂ ਹੋਣਾ ਚਾਹੀਦਾ ਤੇ ਜੰਗੀਆ ਤੇ ਅੰਗਰੇਜ਼ੀ ਨਿੱਕਰ ਵੀ ਨਾ ਹੋਵੇ। ਕਛਹਿਰੇ ਦੇ ਪਹੁੰਚੇ ਆਪਣੇ ਮੁਤਾਬਕ ਜਿਹੜੇ ਹਨ, ਕੁਝ ਖੁੱਲੇ ਕੁਝ ਤੰਗ, ਜਿਨ੍ਹਾਂ ਨੇ ਜਿਸ ਤਰ੍ਹਾਂ ਦਾ ਪਾਉਣਾ ਹੋਵੇ ਉਹ ਕੀਤੇ ਜਾ ਸਕਦੇ, ਜਿਹਨੂੰ ਅਸੀਂ ਮੋਹਰੀ ਕਹਿੰਦੇ ਹਾਂ। ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਪਰ ਜੋ ਰੇਬਦਾਰ ਕਛਹਿਰੇ ਹੁੰਦੇ ਹਨ, ਆਪ ਜੀ ਕਿਤੇ ਜੇ ਸਹੀ ਢੰਗ ਨਾਲ ਕਛਹਿਰਾ ਬਣਿਆ ਹੋਇਆ ਹੋਵੇ, ਨਾ ਤਾਂ ਉਹ ਬੈਠਣ ਨੂੰ ਤੰਗ ਕਰਦੇ ਹਨ ਤੇ ਨਾ ਹੀ ਕਦੀ ਨੰਗੇਜ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ। ਜੇ ਉਹ ਕਛਹਿਰਾ ਬੜੇ ਵਧੀਆ ਢੰਗ ਨਾਲ, ਸਹੀ ਢੰਗ ਨਾਲ ਸਿਲਾਈ ਹੋਈ ਹੋਵੇ। ਅੱਜ ਕਈ ਵਾਰੀ ਬਾਜ਼ਾਰਾਂ ਵਿੱਚੋਂ ਅਸੀਂ ਕਛਹਿਰੇ ਖਰੀਦਦੇ ਹਾਂ ਤਾਂ ਉਹਨਾਂ ਦੇ ਜਿਹੜੇ ਮੋਹਰੀ ਹੈ, ਪਹੁੰਚੇ ਹਨ, ਉਹ ਬੜੇ ਖੁੱਲੇ ਜਿਹੇ ਥੱਲੇ ਹੁੰਦੇ ਨੇ। ਜਿਹੜੇ ਰੇਬਦਾਰ ਜਾਂ ਉਸ ਕਛਹਿਰੇ ਦਾ ਸਿਰਫ ਇੱਕ ਕਕਾਰ ਪੂਰਾ ਕਰਨ ਲਈ ਪਾ ਲਏ ਜਾਂਦੇ ਹਨ, ਲੇਕਿਨ ਜੋ ਮਤਲਬ ਹੈ ਕਛਹਿਰੇ ਦਾ ਨੰਗੇਜ਼ ਕੱਜਣ ਦਾ ਵੀ, ਉਹ ਵੀ ਪੂਰਾ ਨਹੀਂ ਹੁੰਦਾ। ਤਾਂ ਕਛਹਿਰਾ ਸਰੀਰ ਨੂੰ ਸੁਖਾਵੇ, ਕੱਪੜੇ ਜਿਹੜੇ ਵੀ ਹੋਵੇ, ਭਾਵੇਂ ਪਾਪਲੀਨ ਹੋਵੇ, ਸੂਤੀ ਹੋਵੇ, ਪਲਿਸਟਰ ਹੋਵੇ, ਚਿੱਟਾ ਜਾਂ ਕਿਸੇ ਵੀ ਰੰਗਦਾਰ ਕੱਪੜਾ ਹੋਵੇ, ਇਹ ਕੋਈ ਪਾਬੰਦੀ ਨਹੀਂ ਹੈ। ਬਾਜ਼ਾਰ ਵਿੱਚ ਆਮ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਜਿਹੜੇ ਅੰਡਰਵੀਅਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਦੇ ਵੀ ਕਛਹਿਰੇ ਦੀ ਜਗ੍ਹਾ ਨਹੀਂ ਲੈ ਸਕਦੇ। ਸਿੰਘਾਂ ਦਾ ਕਛਹਿਰਾ ਰੇਬਦਾਰ, ਮੋਹਰੀ ਤੇ ਨੇਫੇ ਵਾਲਾ ਪਹਿਰਾਵਾ ਹੈ, ਪਹਿਨਣ ਵਾਲਾ ਪਹਿਰਾਵਾ ਹੈ, ਜੋ ਪੂਰੀ ਤਰ੍ਹਾਂ ਜੇ ਦੌੜਨ ਸਮੇਂ ਵੀ, ਘੋੜ ਸਵਾਰੀ ਸਮੇਂ ਵੀ, ਜੰਗ ਜੁਗ ਦੇ ਮੈਦਾਨ ਵਿੱਚ ਵੀ ਬੜਾ ਹੀ ਸਹਾਈ ਸਿੱਧ ਹੁੰਦਾ ਹੈ। ਕਿ ਜਿੱਥੇ ਸਿੱਖ ਪੰਥ ਵਿੱਚ ਉੱਚੇ ਕਿਰਦਾਰ ਜੱਥਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ, ਉੱਥੇ ਵਿਪਰਵਾਦ ਅਤੇ ਤੁਰਕਵਾਦ ਦੀ ਮਾਨਤਾ ਦੇ ਉੱਪਰ ਵੀ ਇਸ ਨੇ ਕਰਾਰੀ ਸੱਟ ਮਾਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਧਰਮ ਦਾ ਕਾਰਜ ਕਰਨ ਲੱਗਿਆ ਕੇਵਲ ਅਣਸਿੱਤੇ ਕੱਪੜੇ ਪਹਿਨਣੇ ਪ੍ਰਵਾਨ ਹਨ। ਪਰ ਸਿੱਖ ਧਰਮ ਵਿੱਚ ਇਤਿਹਾਸਕ ਹਵਾਲਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਕੇ ਸਿੱਖ
ਇਹਨਾਂ ਭਰਮਾਂ ਵਹਿਮਾਂ ਤੋਂ ਪਹਿਲਾਂ ਹੀ ਮੁਕਤ ਹੋ ਚੁੱਕੇ ਸਨ। ਨਾ ਉਹ ਇਹ ਭੁਲੇਖੇ 'ਚ ਪੈਂਦੇ ਸੀ ਤੇ ਨਾ ਹੀ ਕਿਸੇ ਭਰਮ ਵਹਿਮ ਵਿੱਚ ਪੈਂਦੇ ਸੀ। ਜਦੋਂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀਆਂ ਇਤਿਹਾਸਕ ਚੀਜ਼ਾਂ ਨੂੰ, ਵਸਤਾਂ ਨੂੰ ਅਸੀਂ ਵੇਖਦੇ ਹਨ ਤਾਂ ਨਾਲ ਨਾਲ ਅਸੀਂ ਕਛਹਿਰੇ ਨੂੰ ਵੀ, ਭਾਈ ਕੀ ਡਰੋਲੀ ਜੋ ਮੋਗੇ ਦੇ ਨੇੜੇ ਇੱਧਰ ਏਰੀਆ ਪੈਂਦਾ ਮਾਲਵੇ ਦੇ ਵਿੱਚ, ਭਾਈ ਕੀ ਡਰੋਲੀ ਜਿਹਨੂੰ ਕਿਹਾ ਜਾਂਦਾ ਹੈ, ਉੱਥੇ ਵੀ ਅਸੀਂ ਉਹ ਯਾਦਗਾਰ ਦੇ ਤੌਰ ਤੇ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ। ਇਹਦਾ ਮਤਲਬ ਕਛਹਿਰੇ ਦੀ ਵਰਤੋਂ ਕੇਵਲ 10ਵੇਂ ਪਾਤਸ਼ਾਹ ਦੇ ਸਮੇਂ ਨਹੀਂ ਹੋਈ, 6ਵੇਂ ਪਾਤਸ਼ਾਹ ਤੋਂ ਪਹਿਲਾਂ ਵੀ ਇਹਦੀ ਵਰਤੋਂ ਕੀਤੀ ਜਾਂਦੀ ਸੀ। ਮੈਂ ਇਹ ਤਾਂ ਹੀ ਬੇਨਤੀ ਕਰ ਰਿਹਾ ਵੀ ਇੱਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਹੋਣ ਦਾ ਤਾਂ ਹੀ ਹੋ ਸੰਭਵ ਸੀ ਜੇ ਉਹ ਕਕਾਰ ਪੂਰੇ ਹੁੰਦੇ। ਜੇ ਕਕਾਰ ਗੁਰਸਿੱਖਾਂ ਨੇ ਧਾਰਨ ਨਾ ਕੀਤੇ ਹੁੰਦੇ ਤਾਂ ਐਡੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਨਹੀਂ ਸੀ ਹੋ ਸਕਦਾ ਜੋ 30 ਮਾਰਚ 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਰਿਆ ਜਾਂ ਹੋਇਆ। ਇਸ ਵਾਸਤੇ ਇਤਿਹਾਸਕ ਸਰੋਤਾਂ ਤੋਂ ਵੀ ਗੱਲ ਪਤਾ ਲੱਗਦੀ ਹੈ ਕਿ ਇਹ ਕਛਹਿਰਾ ਸਿੱਖਾਂ ਦੇ 6ਵੇਂ ਪਾਤਸ਼ਾਹ ਤੋਂ ਪਹਿਲਾਂ ਦਾ ਹੀ ਸਾਡੇ ਸਿੱਖ ਜਗਤ ਵਿੱਚ ਚੱਲਿਆ ਆ ਰਿਹਾ ਸੀ। ਹੁਣ ਦੇਖੋ, ਅਸੀਂ ਜਦੋਂ ਪੜ੍ਹਦੇ ਹਾਂ ਇਹ ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ, ਉਹਦੇ ਚ ਵੀ ਇਹ ਗੱਲ ਲਿਖਦੇ ਹਨ, ਕੱਛ ਕਿਰਪਾਨ ਨਾ ਕਬਹੂ ਤਿਆਗੇ। ਇਹ ਕਛਹਿਰਾ ਜਾਂ ਕਿਰਪਾਨ ਛੱਡੇ ਨਹੀਂ ਜਾ ਸਕਦੇ। ਫਿਰ ਅੱਗੇ ਗੁਰਪ੍ਰਤਾਪ ਸੂਰਜ ਵਿੱਚ ਵੀ ਕਵੀ ਸੰਤੋਖ ਸਿੰਘ ਨੇ ਵੀ ਗੱਲ ਲਿਖੀ ਹੈ ਕਿ ਕੱਛ ਬਿਨਾ ਚਿਰੰਕਾਲ ਨਾ ਰਹੇ, ਇੱਕ ਤਜ ਦੁਤੀਆ ਦੁਰਤ ਹੀ ਗਏ। ਇੱਕ ਗੱਲ ਮੈਂ ਹੋਰ ਵੀ ਇੱਥੇ ਕਹਿਣੀ ਚਾਹੁੰਦਾ ਹਾਂ ਵੀ ਜਦੋਂ ਅਸੀਂ ਕਿਤੇ ਸਫ਼ਰ ਵਿੱਚ ਜਾਈਏ ਜਾਂ ਕਿਤੇ ਬਾਹਰ ਵੀ ਜਾਈਏ ਜਾਂ ਘਰ ਵਿੱਚ ਵੀ, ਇਹ ਨਹੀਂ ਹੈ ਵੀ ਸਾਡੇ ਕੋਲ ਕਛਹਿਰਾ ਜਿਹੜਾ ਇੱਕ ਦੀ ਗਿਣਤੀ ਹੋਣੀ ਚਾਹੀਦੀ ਹੈ। ਘੱਟੋ ਘੱਟ ਵੀ ਸਾਡੇ ਕੋਲ ਕਛਹਿਰਿਆਂ ਦੀ ਗਿਣਤੀ, ਮੈਂ ਗਿਣਤੀ ਤਾਂ ਨਹੀਂ ਚੱਕਰਾਂ 'ਚ ਪੈਂਦਾ, ਲੇਕਿਨ ਸਾਨੂੰ ਇੰਨੇ ਕੁ ਹੋਣੇ ਚਾਹੀਦੇ ਨੇ ਜਦੋਂ ਅਸੀਂ ਇਸ਼ਨਾਨ ਕਰੀਏ ਤਾਂ ਉਦੋਂ ਚੇਂਜ ਕੀਤਾ ਜਾ ਸਕੇ। ਇਹ ਨਾ ਹੋਵੇ ਕਿ ਸਾਡੇ ਜੇ ਅੱਜ ਗਿੱਲਾ ਸੁੱਕਿਆ ਹੀ ਨਹੀਂ ਤਾਂ ਦੂਜੇ ਦਿਨ ਸਾਨੂੰ ਕਛਹਿਰਾ ਲੱਭਣ ਦੀ ਮੁਸ਼ਕਲ ਆ ਜਾਏ। ਤਾਂ ਕਛਹਿਰੇ ਦੀ ਬਣਤਰ ਦੀ ਮੈਂ ਪਹਿਲਾਂ ਬੇਨਤੀ ਕੀਤੀ, ਲੋੜ ਅਨੁਸਾਰ ਵੱਧ ਜਾਂ ਘੱਟ ਕੱਪੜਾ ਵਰਤਣ ਤੇ ਕੋਈ ਪਾਬੰਦੀ ਵੀ ਨਹੀਂ ਹੈ, ਪਰ ਥੱਲੇ ਪਹਿਨਣ ਵਾਲੇ ਇਸ ਵਸਤਰ ਦਾ ਸਾਫ਼ ਸੁਥਰਾ ਹੋਣਾ ਸਾਡੀ ਅੰਦਰਲੀ ਨਿਰਮਲਤਾ ਦਾ ਇੱਕ ਦਿਖਾਇਕ ਹੈ। ਇਹ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਕਛਹਿਰੇ ਨੂੰ ਰੇਵਦਾਰ ਬਣਾ ਕੇ ਉਹ ਕਛਹਿਰਾ ਜਿਹੜਾ ਹੈ ਪਾਈਏ। ਇੱਕ ਹੋਰ ਗੱਲ ਵੀ ਮੈਂ ਜ਼ਰੂਰੀ ਇੱਥੇ ਸਮਝਦਾ ਹਾਂ, ਜੋ ਇਤਿਹਾਸ ਦੇ ਵਿੱਚ ਲਿਖੇ ਹੋਏ ਸਰੋਤਾਂ ਤੋਂ ਮਿਲਦੀ ਹੈ ਵੀ ਇਹ ਬਾਬਾ ਗੁਰਬਚਨ ਸਿੰਘ ਜੀ ਜਾਂ ਗਿਆਨੀ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਭਿੰਡਰਾਂ ਵਾਲਿਆਂ ਦਾ ਹਵਾਲਾ ਦੇ ਕੇ ਇੱਕ ਆਮ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਕਛਹਿਰਾ ਹਨੂਮਾਨ ਤੋਂ ਪ੍ਰਾਪਤ ਹੋਇਆ। ਆਮ ਗੱਲ ਵੀ ਸੁਣਾਈ ਵੀ ਜਾਂਦੀ, ਬਹੁਤ ਸਾਰੇ ਕਥਾਕਾਰ ਵੀ ਇਹ ਝੂਠੀਆਂ ਕਹਾਣੀਆਂ ਸੁਣਾ ਕੇ ਸਾਨੂੰ ਗੁੰਮਰਾਹ ਕਰ ਦਿੰਦੇ ਨੇ। ਉਹਨਾਂ ਨੇ ਆਪਣੀ ਪੁਸਤਕ ਜਿਹੜੀ ਹੈ ਗੁਰਬਾਣੀ ਪਾਠ ਦਰਪਣ, ਉਹਦੇ ਪੇਜ ਨੰਬਰ 115 ਤੇ ਲਿਖਿਆ ਹੈ, ਜਿਵੇਂ ਹਨੂਮਾਨ ਨੇ ਬਹੁਤ ਹੀ ਸ਼੍ਰੀ ਰਾਮਚੰਦਰ ਜੀ ਦੀ ਸੇਵਾ ਕੀਤੀ ਪਰ ਰਾਮਚੰਦਰ ਜੀ ਪ੍ਰਸੰਨ ਹੋਏ ਤਾਂ ਉਹਨਾਂ ਨੇ ਆਪਣਾ ਕਛਹਿਰਾ ਹੀ ਦੇ ਦਿੱਤਾ। ਹੁਣ ਇੱਥੇ ਕਿਤੇ ਇਹ ਨਹੀਂ ਸੀ ਕਿ ਸਿੱਖਾਂ ਨੇ ਕਛਹਿਰਾ ਜਿਹੜਾ ਸੀ ਜਾਂ ਉਸ ਵੇਲੇ ਕਛਹਿਰਾ ਜਿਹੜਾ ਸੀ ਸਿੱਖਾਂ ਨੇ ਹਨੂਮਾਨ ਕੋਲ ਲੈ ਲਿਆ ਜਾਂ ਹਨੂਮਾਨ ਨੇ ਭੇਟ ਕਰਤਾ, ਪਰ ਸਿੱਖਾਂ ਨੂੰ ਕਛਹਿਰਾ ਹਨੂਮਾਨ ਕੋਲੋਂ ਮਿਲਿਆ। ਇਹ ਲਿਖਣਾ ਸਪਸ਼ਟ ਹੀ ਧੋਖਾ ਤੇ ਬੇਈਮਾਨੀ ਹੈ। ਉਹਨਾਂ ਨੇ ਇਹਦੇ ਵਿੱਚ ਕਿਤੇ ਵੀ ਇਹੋ ਜਿਹਾ ਜ਼ਿਕਰ ਜਿਹੜਾ ਹੈ ਨਹੀਂ ਕੀਤਾ ਜੋ ਹਵਾਲਾ ਦਿੱਤਾ ਜਾਂਦਾ ਹੈ। ਤਾਂ ਬੜੀ ਸਪਸ਼ਟ ਗੱਲ ਹੈ, ਜੇ ਕਛਹਿਰਾ ਸਾਡੀ ਇੱਕ ਰਹਿਤ ਦਾ ਇੱਕ ਅਹਿਮ ਅੰਗ ਹੈ। ਭਾਈ ਗੁਰਦਾਸ ਜੀ ਦੂਜੇ ਨੇ ਆਪਣੀਆਂ ਵਾਰਾਂ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ, ਗੁਰੂ ਗੋਬਿੰਦ ਸਿੰਘ ਪ੍ਰਗਟਿਓ 10ਵਾਂ ਅਵਤਾਰਾ, ਜਿਨ੍ਹਾਂ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ ਕਰ ਤੇਜ ਕਰਾਰਾ,
सिर केस धार कर खड़क को सब दुच पछारा, सील जद की कछ पहर पकड़ियो हथियारा, सच फतेह बुलाई गुरु की जीतियो रण भारा। ਇਹ ਹਵਾਲੇ ਸਾਨੂੰ ਉੱਥੇ ਵੀ ਮਿਲਦੇ ਹਨ ਕਿ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਦੇ ਵਿੱਚ ਅੰਗਰੇਜ਼ ਅਫਸਰ ਸਿੱਖ ਫੌਜੀਆਂ ਦੀਆਂ ਜਦੋਂ ਭਰਤੀ ਕਰਦੇ ਤਾਂ ਉਹਨਾਂ ਦੇ ਪੈਂਟਾਂ ਜਿਹੜੀਆਂ ਸਨ ਉਤਰਾ ਕੇ ਵੀ ਦੇਖਦੇ ਸੀ ਵੀ ਕਿ ਤੁਸੀਂ ਰੇਵਦਾਰ ਕਛਹਿਰਾ ਪਾਇਆ ਹੋਇਆ। ਸਿੱਖ ਦੀ ਪਹਿਚਾਣ ਜਿਹੜੀ ਸੀ ਉਹ ਰੇਵਦਾਰ ਕਛਹਿਰੇ ਤੋਂ ਕੀਤੀ ਜਾਂਦੀ ਸੀ। ਉਹਦੇ ਨਾਲ ਇੱਕ ਸਵਾਲ ਪੁੱਛਿਆ ਜਾਂਦਾ ਸੀ, ਜਵਾਨ ਮਿੱਠਾ ਪਾਣੀ ਪੀਆ ਕਿ ਨਹੀਂ, ਭਾਵ ਅੰਮ੍ਰਿਤ ਪਾਨ ਕੀਤਾ ਹੈ ਕਿ ਨਹੀਂ ਕੀਤਾ ਹੈ। ਉਹ ਅੰਗਰੇਜ਼ ਭਰਤੀ ਦੇ ਸਮੇਂ ਧਰਮ ਵਿੱਚ ਪੱਕਾ ਕਰਕੇ ਵਫਾਦਾਰੀ ਦੀ ਸਹੁੰ ਜਿਹੜੀ ਸੀ ਉਹ ਚੁਕਾਉਂਦੇ ਸੀ। ਔਰ ਇਹ ਸਮਝਦੇ ਸਨ ਅੰਗਰੇਜ਼ ਵੀ ਜਿਹੜਾ ਆਪਣੇ ਧਰਮ ਵਿੱਚ ਪੱਕਾ ਨਹੀਂ ਉਹ ਫੌਜ ਦੇ ਵਿੱਚ ਵੀ ਵਫਾਦਾਰੀ ਨਾਲ ਨੌਕਰੀ ਨਹੀਂ ਕਰ ਸਕਦਾ। ਇਹ ਅੰਗਰੇਜ਼ਾਂ ਦੇ ਵਿੱਚ ਇਹ ਸਾਡਾ ਇਤਿਹਾਸਿਕ ਸਰੋਤ ਇਹ ਵੀ ਤਾਂ ਗੱਲਾਂ ਦੱਸਦੇ ਹਨ। ਅਗਲਾ ਸਾਡਾ ਕਕਾਰ ਹੈ ਕੰਘਾ। ਕੰਘਾ ਸ੍ਰੀ ਦਸ਼ਮੇਸ਼ ਜੀ ਨੇ ਕੇਸਾਂ ਨੂੰ ਸ਼੍ਰੋਮਣੀ ਕਕਾਰ ਬਖਸ਼ ਦਿੱਤਾ ਹੈ। ਉੱਥੇ ਇਹਨਾਂ ਦੀ ਸੰਭਾਲ ਲਈ ਵੀ ਗੁਰੂ ਪਾਤਸ਼ਾਹ ਜੀ ਸਾਨੂੰ ਸਾਵਧਾਨ ਕੀਤਾ ਹੈ। ਕਾਬਲ ਦੀਆਂ ਸੰਗਤਾਂ ਦੇ ਨਾਂ ਤੇ ਜਾਰੀ ਕੀਤੇ ਹੁਕਮਨਾਮੇ ਦੇ ਵਿੱਚ ਪੰਕਤੀ ਚੇਤੇ ਕਰਨ ਵਾਲੀ ਹੈ ਕਿ ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਉਂ ਕਰਨੀ। ਇਹ ਵੀ ਗੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਕੇਸਾਧਾਰੀ ਸਿੱਖ ਖੰਡੇ ਦੀ ਪਹੁਲ ਤਿਆਰ ਹੋਣ ਤੋਂ ਪਹਿਲਾਂ ਵੀ ਆਪਣੇ ਕੇਸਾਂ ਵਿੱਚ ਕੰਘਾ ਰੱਖਿਆ ਕਰਦੇ ਸਨ। ਇਹ ਵੀ ਸਾਨੂੰ ਗੱਲ ਇਤਿਹਾਸਿਕ ਸਰੋਤ ਦੱਸਦੇ ਹਨ। ਕੰਘਾ ਦੋਨੋਂ ਵਕਤ ਕਰ ਪਾਕ ਚੁਨੇ ਘਰ ਬਾਂਧੀ। ਭਾਈ ਨੰਦ ਲਾਲ ਸਿੰਘ ਜੀ ਵੀ ਇਹ ਗੱਲ ਲਿਖਦੇ ਹਨ। ਤੋ ਕੰਘੇ ਦੀ ਸਪਸ਼ਟ ਗੱਲ ਹੈ ਵੀ ਸਿੱਖ ਨੇ ਸਾਬਤ ਸੂਰਤ ਹੋ ਕੇ ਸਹਿਜ ਰੂਪ ਵਿੱਚ ਕੇਸਾਧਾਰੀ ਰਹਿਣਾ ਹੈ, ਨਾ ਤਾਂ ਜਟਾਧਾਰੀ ਬਣਨਾ ਤੇ ਨਾ ਹੀ ਘਰੜ ਮੁਰੜ ਸਿਰ ਮਨਾਉਣਾ। ਗੁਰੂ ਸਾਹਿਬ ਨੇ ਕੇਵਲ ਕੰਘੇ ਨੂੰ ਕਕਾਰਾਂ ਵਿੱਚ ਸ਼ਾਮਲ ਕੀਤਾ, ਬਲਕਿ ਨਾਲ ਇਹ ਵੀ ਉਪਦੇਸ਼ ਕੀਤਾ ਵੀ ਦੋਨੋਂ ਵਕਤ ਕੰਘੇ ਨਾਲ ਕੇਸਾਂ ਦੀ ਸੰਭਾਲ ਜਿਹੜੀ ਕਰਨੀ ਹੈ। ਭਾਈ ਦਿਆਤ ਸਿੰਘ ਦੇ ਜਿਹੜੇ ਰਹਿਤਨਾਮੇ ਹਨ ਉਹਨਾਂ ਵਿੱਚ ਇਹ ਗੱਲ ਅੰਕਿਤ ਹੈ, ਔਰ ਪਾਗ ਬੜੀ ਬਾਂਧੇ ਕੇਸ ਢਾਕ ਕਰ ਰੱਖੇ, ਕੰਘਾ ਦਵਾਇਆ ਕਾਲ ਕਰੇ ਪੱਗ ਚੁਣੇ ਕਰ ਬੰਦ। ਤੋ ਕਕਾਰਾਂ ਦੀ ਰਹਿਤ ਵਿੱਚ ਬਾਬਾ ਸਮੇਰ ਸਿੰਘ ਖਾਲਸਾ ਪੰਚਾਇਤ ਇੱਕ ਉਹਨਾਂ ਲਿਖਿਆ ਤੇ ਉਹਦੇ ਤੋਂ ਲਿਖਦੇ ਨੇ, ਕੱਛ ਕੇਸ ਕਿਰਪਾਨ ਪ੍ਰੈ ਕੰਘਾ ਕੜਸ ਦੀਵ, ਜੋ ਧਾਰਤ ਟਾਰਤ ਨਹੀਂ ਸੋਈ ਖਾਲਸਾ ਦੀਵ। ਤੇ ਨਾਲ ਹੀ ਅੱਗੇ ਫਿਰ ਉਹਨਾਂ ਲਿਖਿਆ, ਕੱਛ ਕੇਸ ਕੰਘਾ ਕਰਦ ਕਈ ਨਿਸ਼ਾਨੀ ਪੰਥ, ਜਤੀ ਭਰੋਸਾ ਵਿਚਾਰਨਾ ਪ੍ਰੀਤ ਦਾਨ ਰਿਪ ਬੰਧ। ਭਾਵ ਇਹ ਕਕਾਰਾਂ ਦਾ ਧਾਰ ਨਹੀਂ ਹੋਣਾ। ਕੰਘੇ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਮਿਲਦੀ ਹੈ ਕਿ 8ਵੀਂ ਸਦੀ ਤੋਂ ਲੈ ਕੇ 11ਵੀਂ ਸਦੀ ਦੇ ਵਿਚਕਾਰ ਜਿੱਥੇ ਡੈਨਮਾਰਕ, ਨਾਰਵੇ, ਸਵੀਡਨ ਮੁਲਕ ਆਉਂਦੇ ਹਨ, ਉੱਥੇ ਵਾਈਕਿੰਗਸ ਰਹਿੰਦੇ ਸਨ। ਇਹ ਵਾਈਕਿੰਗ ਦੂਰ ਦੂਰ ਤੱਕ ਵਪਾਰ ਕਰਦੇ ਸੀ। ਇੱਕ ਜੁਝਾਰੂ ਕੌਮ ਜਿਹੜੀ ਇਹਨਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਵਿੱਚ ਬਹੁਤੇ ਦਾੜੀ ਤੇ ਕੇਸ ਦੇ ਸਾਬਤ ਸੂਰਤ ਰੱਖਦੇ ਸੀ। ਹਰ ਵਾਈਕਿੰਗ ਨੇ ਇੱਕ ਬੈਲਟ ਬੰਨੀ ਹੁੰਦੀ ਸੀ ਤੇ ਜਿਸ ਵਿੱਚ ਚਮੜੇ ਦੀ ਗੁੱਥੀ ਹੁੰਦੀ ਸੀ, ਜਿਸ ਵਿੱਚ ਕਰਦ ਤੇ ਇੱਕ ਕੰਘਾ ਹੁੰਦਾ ਸੀ। ਡੈਨਮਾਰਕ ਦੇ ਇਲਾਕੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕੰਘੇ ਹਨ ਉਹ ਖੋਜ ਦੌਰਾਨ ਵੀ ਮਿਲੇ ਹਨ। ਇਹਨਾਂ ਕੰਘਿਆਂ ਦੀ ਬਣਾਵਟ ਬੜੀ ਖੂਬਸੂਰਤ ਹੈ। ਇਹਨਾਂ ਦਾ ਡਿਜ਼ਾਈਨ ਮੁਕਾਬਲੇ ਸਾਡੇ ਕੰਘਿਆਂ ਵਰਗਾ ਹੀ ਹੈ। ਇਹ ਕੰਘੇ ਉੱਥੋਂ ਦੇ ਅਜਾਇਬ ਘਰਾਂ ਵਿੱਚ ਰੱਖੇ ਗਏ ਹਨ। ਇਹਨਾਂ ਦੀ ਇੱਕ ਸ਼ਕਲ ਜੋ ਬਹੁਤ ਪੁਰਾਣੇ ਕੰਘੇ ਹਨ, ਮੈਂ ਆਪ ਜੀ ਨੂੰ ਦਿਖਾ ਸਕਦਾ। ਇਹ ਕੰਘੇ ਹਨ ਜਿਹੜੇ ਉਸ ਅਜਾਇਬ ਘਰ ਵਿੱਚ ਉੱਥੋਂ ਲਈ ਗਈ ਤਸਵੀਰ ਹੈ, ਜਿਹੜੇ ਬਹੁਤ ਹੀ ਪੁਰਾਣੇ ਕੰਘੇ ਹਨ ਜਿਹੜੇ ਡੈਨਮਾਰਕ ਦੇ ਉਸ ਇਲਾਕੇ ਦੇ ਵਿੱਚ ਮਿਲਦੇ ਹਨ। ਇਹਦਾ ਮਤਲਬ ਕੰਘਾ ਕੇਸਾਂ ਦੀ ਸੰਭਾਲ ਦੇ ਲਈ ਸਿੱਖ ਕੌਮ ਤੋਂ ਇਲਾਵਾ ਦੂਜੇ ਲੋਕ ਵੀ ਕਰਦੇ ਸਨ। ਇੱਥੇ ਵੀ ਗੱਲ ਜ਼ਰੂਰੀ ਹੈ ਕਿ ਕੰਘਾ ਜਿਹੜਾ ਹੈ ਉਹ ਕੇਵਲ ਲੱਕੜ ਦਾ ਹੀ ਹੋਣਾ ਚਾਹੀਦਾ ਹੈ।
ਕੰਘਾ ਜਿਹੜੇ ਕੰਘੇ ਦੀ ਜਦੋਂ ਕੰਘੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਇਹ ਕੇਵਲ ਲੱਕੜ ਦਾ ਕੰਘਾ ਹੀ ਹੋਣ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਹੈ। ਤਾਂ ਇਹ ਸਿੱਖ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੰਘਾ ਸਾਨੂੰ ਇੱਕ ਵਾਰਨਿੰਗ ਵੀ ਦਿੰਦਾ। ਜਦੋਂ ਅਸੀਂ ਕੰਘਾ ਕੇਸਾਂ 'ਚ ਫੇਰਦੇ ਹਾਂ ਤਾਜ਼ਗੀ ਆਉਂਦੀ ਹੈ ਕੇਸਾਂ 'ਚ, ਤਾਂ ਨਾਲ ਇਹ ਵੀ ਗੱਲ ਹੁੰਦਾ ਵੀ ਸਿੱਖ ਕਦੀ ਢਿੱਲੜ ਨਹੀਂ ਹੁੰਦਾ, ਸਿੱਖ ਕਦੀ ਆਲਸੀ ਨਹੀਂ ਹੁੰਦਾ, ਸਿੱਖ ਹਮੇਸ਼ਾ ਚੁਸਤ ਰਹਿੰਦਾ ਹੈ। ਸਿੱਖ ਨੇ ਸਦਾ ਚੁਸਤ ਸਾਫ ਸੁਥਰਾ ਰਹਿਣਾ ਹੈ। ਇਸੇ ਲਈ ਰਹਿਤਨਾਮਿਆਂ ਵਿੱਚ ਸਿੱਖ ਵਾਸਤੇ ਸਵੇਰੇ ਸ਼ਾਮ ਦੋਨੋਂ ਵਕਤ ਕੰਘਾ ਕਰਨ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਹੈ। ਔਰ ਨਾਲ ਇਹ ਵੀ ਲਿਖਿਆ ਹੈਗਾ ਕੰਘਾ ਲੱਕੜੀ ਦਾ ਹੋਣਾ ਚਾਹੀਦਾ ਹੈ। ਇਹ ਇੱਕ ਕਾਰ ਸਾਡਾ ਕੰਘਾ ਹੈ ਜੋ ਕੇਸਾਂ ਦੀ ਸੰਭਾਲ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਇਹਦੀ ਕੋਈ ਲੰਬਾਈ ਚੌੜਾਈ ਨਿਯਤ ਨਹੀਂ ਕੀਤੀ ਗਈ, ਇਹਦੀ ਕੋਈ ਲੰਬਾਈ ਚੌੜਾਈ ਨਿਯਤ ਨਹੀਂ ਕੀਤੀ ਗਈ। ਅਸੀਂ ਆਪਣੇ ਕੇਸਾਂ ਮੁਤਾਬਕ ਉਸ ਕੰਘੇ ਦੇ ਇਸਤੇਮਾਲ ਕਰ ਸਕਦੇ ਹਾਂ, ਵੱਡਾ ਵੀ ਕਰ ਸਕਦੇ ਹਾਂ, ਛੋਟਾ ਕੰਘਾ ਵੀ ਕਰ ਸਕਦੇ ਹਾਂ। ਜਿੰਨੇ ਕਿ ਸਾਡੇ ਕੇਸ ਹਨ ਉਹਨਾਂ ਦੀ ਸੰਭਾਲ ਜਿਹੜਾ ਕੰਘੇ ਨਾਲ ਹੋ ਸਕੇ ਉਹ ਕੰਘਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ। ਇਹ ਸਾਡਾ ਚੌਥਾ ਕਕਾਰ ਜਿਹੜਾ ਸੀ ਉਹ ਕੰਘਾ ਹੈ। ਅਗਲਾ ਕਕਾਰ ਹੈ ਕੜਾ। ਸਿੱਖ ਦੀ ਬਾਹ ਵਿੱਚ ਪਿਆ ਹੋਇਆ ਇਹ ਕੜਾ ਯਾਦ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਬੀਣੀ ਦੀ ਜਿਸ ਦੁਆਲੇ ਸਾਡੇ ਵਰਗਾ ਲੋਹੇ ਦਾ ਕੜਾ ਸ਼ੋਭਦਾ ਸੀ। ਉਹ ਬਾਂਹ ਦੀਨਾਂ ਤੇ ਦੁਖੀਆਂ ਦੀ ਰੱਖਿਆ ਲਈ ਉੱਠਦੀ ਸੀ, ਜਿਸ ਬਾਂਹ ਅੰਦਰ ਦੁਸ਼ਟਾਂ ਨੂੰ ਜੜੋਂ ਖੋਲਣ ਦਾ ਤਾਕਤ ਸੀ ਜਾਂ ਜ਼ੋਰ ਸੀ। ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫਾ ਹੈ। ਇਹ ਯਾਦ ਕਰਾਉਂਦਾ ਹੈ ਗੁਰੂ ਇਤਿਹਾਸ ਦੇ ਉਸ ਕਾਂਡ ਦੀ ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪਰਪੱਕ ਹੋ ਕੇ ਭਰਮਾਂ ਵਹਿਮਾਂ ਤੇ ਸ਼ੰਕਿਆਂ ਤੋਂ ਉੱਚੇ ਉੱਠ ਗਏ ਸਨ। ਜਦੋਂ ਗੁਰਮਤਿ ਦੇ ਇਹਨਾਂ ਪ੍ਰੇਮੀਆਂ ਨੇ ਨਾ ਤਾਂ ਕੋਈ ਦੇਵੀ ਦੇਵਤਾ ਇਹਨਾਂ ਨੂੰ ਡਰਾ ਸਕਦਾ ਸੀ, ਨਾ ਹੀ ਇਹ ਕਿਸੇ ਛੜੀ ਦੇਵਤੇ ਦੇ ਅਧੀਨਗੀ ਮੰਨਣ ਨੂੰ ਤਿਆਰ ਹੁੰਦੇ ਸਨ। ਜਦੋਂ ਇੱਕ ਵੇਦਵੇ ਬ੍ਰਾਹਮਣ ਨੇ ਸਿੱਖਾਂ ਨੂੰ ਕਿਹਾ ਕਿ ਸ਼ਨੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਦਾਨ ਦਿਓ, ਤਾਂ ਸਿੱਖਾਂ ਨੇ ਉਸ ਬ੍ਰਾਹਮਣ ਨੂੰ ਗੁਰਮਤਿ ਦੀ ਸੋਝੀ ਦਿੱਤੀ ਕਿ ਅਸੀਂ ਕਿਸੇ ਦੇਵਤੇ ਨੂੰ ਨਹੀਂ ਮੰਨਦੇ। ਬ੍ਰਾਹਮਣ ਦੇ ਬਾਰ-ਬਾਰ ਕਹਿਣ ਤੇ ਵੀ ਨਾ ਟਲਿਆ ਤਾਂ ਸਿੱਖਾਂ ਨੇ ਉਹ ਤੇਲ ਵਾਲਾ ਬਾਟਾ ਖੋਲਿਆ ਤੇ ਉਹਨੂੰ ਦੱਸ ਦਿੱਤਾ ਕਿ ਜਦੋਂ ਦੀ ਸਾਨੂੰ ਗੁਰਮਤਿ ਦੀ ਸਮਝ ਆਈ ਹੈ, ਸਾਡੇ ਸਾਰੇ ਹੀ ਹੋਲੇ ਭਾਰੇ ਤੇ ਛੜੀ ਮੰਗਲ ਸਭ ਖਤਮ ਹੋ ਗਏ ਹਨ। ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵਹਿਮ ਭਰਮ ਜਿਹੜਾ ਹੈ ਉਹ ਨਹੀਂ, ਸਾਡਾ ਸਾਰਾ ਭਰਮਗੜ ਟੁੱਟ ਗਿਆ ਹੈ। ਇਤਿਹਾਸ ਕਹਿੰਦਾ ਕਿ ਗੁਰਸਿੱਖਾਂ ਨੇ ਤੇਲ ਵਿੱਚ ਬੜੇ ਬਣਾ ਕੇ ਸੰਗਤਾਂ ਨੂੰ ਛਕਾਏ, ਲੋਹੇ ਦੇ ਬਾਟੇ ਦੇ ਕੜੇ ਬਣਾ ਕੇ ਹੱਥਾਂ 'ਚ ਪਹਿਨ ਲਏ। ਗੁਰੂ ਸਾਹਿਬ ਜੀ ਨੇ ਜਦੋਂ ਸਭ ਕੁਝ ਦੇਖਿਆ ਤਾਂ ਬੜੇ ਪ੍ਰਸੰਨ ਹੋਏ। ਫਰਮਾਇਆ ਤੁਸਾਂ ਵਹਿਮਾਂ ਤੇ ਭਰਮਾਂ ਦੀ ਲੰਮੀ ਦੌੜ ਜਿੱਤ ਲਈ ਹੈ। ਸਿੱਖ ਦੇ ਹੱਥ ਵਿੱਚ ਪਿਆ ਹੋਇਆ ਕੜਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਸਿੱਖ ਵਹਿਮੀ ਨਹੀਂ, ਉਹ ਕਿਸੇ ਸੋਚ ਸਕਣ ਨੂੰ ਨਹੀਂ ਮੰਨਦਾ, ਨਾ ਹੀ ਉਹ ਕਿਸੇ ਨੂੰ ਮੰਨਦਾ ਹੈ। ਸਿੱਖ ਦੇ ਹੱਥ 'ਚ ਕੜਾ ਪਾ ਕੇ ਇਹ ਸਮਝ ਲਓ ਸਾਰੇ ਸ਼ਨੀ ਮੰਗਲ ਜਿੱਤ ਲਏ ਹਨ। ਪਰ ਅੱਜ ਅਸੀਂ ਜੋ ਕੜੇ ਦੀ ਮਹਾਨਤਾ ਨੂੰ ਨਾ ਸਮਝਦੇ ਹੋਏ ਕੜਾ ਪਹਿਨ ਕੇ ਵੀ ਸਨਿਚਰ ਦਾ ਡਰ, ਸਨਿਚਰ ਦਾ ਸਰਦਾਰ, ਸਨਿਚਰ ਦਾ ਦਾਨ, ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਗੁਰਦੁਆਰੇ ਵਿੱਚ ਲੈ ਕੇ ਤੁਰੇ ਫਿਰਦੇ ਆ ਸ਼ਨੀ ਨੂੰ ਖੁਸ਼ ਕਰਨ ਲਈ। ਨਾ ਅਸੀਂ ਇਹ ਵਹਿਮ ਆਪਣੇ ਅੰਦਰੋਂ ਕੱਢ ਸਕੇ ਹਾਂ, ਸਗੋਂ ਹੋਰ ਵੀ ਅਨੇਕਾਂ ਹੀ ਵਹਿਮਾਂ ਭਰਮਾਂ ਦਾ ਸ਼ਿਕਾਰ ਅਸੀਂ ਹੋ ਗਏ ਹਾਂ। ਸਾਨੂੰ ਗੁਰੂ ਜੀ ਵੱਲੋਂ ਬਖਸ਼ੇ ਹੋਏ ਕੜੇ ਦੀ ਇੰਪੋਰਟੈਂਸ ਹੀ ਸਮਝ ਨਹੀਂ ਆਈ, ਅਹਿਮੀਅਤ ਹੀ ਸਮਝ ਨਹੀਂ ਆਈ ਕਿ ਇਹ ਕੜਾ ਕਿਸ ਕਰਕੇ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ। ਦੂਸਰਾ ਪੱਖ ਇਸਦਾ ਇਹ ਹੈ ਵੀ ਕੜਾ ਨਹੀਂ, ਕੜੀ ਮਾਰੀ ਗਈ ਹੈ ਔਰ ਆਪਣੇ ਹੱਥ ਵਿੱਚ ਪਾਇਆ ਹੋਇਆ ਕੜਾ ਇਹ ਗੱਲ ਯਾਦ ਆਉਂਦਾ ਹੈ ਆਪਣੇ ਗੁਰੂ ਦੀ ਵੀ ਸਿੱਖ ਇਸ ਹੱਥ ਨਾਲ ਜਿਸ ਹੱਥ ਵਿੱਚ ਗੁਰੂ ਦਾ ਕੜਾ ਪਾ ਲਿਆ, ਨਾ ਤਾਂ ਕਿਸੇ ਦੇ ਉੱਤੇ ਵਧੀਕੀ ਕਰ ਸਕਦਾ ਹੈ, ਨਾ ਹੀ ਕਿਸੇ ਦਾ ਹੱਕ ਖੋਹ ਸਕਦਾ ਹੈ,
ਔਰ ਨਾ ਹੀ ਐਸਾ ਕੰਮ ਜਦੋਂ ਕਰਨ ਦਾ ਕਿਤੇ ਖਿਆਲ ਵੀ ਮਨ ਵਿੱਚ ਆ ਜਾਏ ਤਾਂ ਇਹ ਕੜਾ ਉਹ ਕੰਮ ਕਰਨ ਤੋਂ ਸਾਨੂੰ ਰੋਕ ਦਿੰਦਾ ਹੈ। ਤੋ ਇਹ ਕੜੇ ਇੱਕ ਐਸੀ ਮਹਾਨਤਾ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ, ਜਿਹੜੀ ਇਤਿਹਾਸਕ ਹਵਾਲਿਆਂ ਚੋਂ ਸਾਨੂੰ ਵੀ ਮਿਲਦੀ। ਮਾਸਟਰ ਤਾਰਾ ਸਿੰਘ ਜੀ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਕੜਾ ਪਾਉਣ ਦਾ ਕੀ ਲਾਭ ਹੈ, ਮਾਸਟਰ ਜੀ ਕੜਾ ਪਾਉਣ ਦਾ ਕੀ ਲਾਭ ਹੈ? ਮਾਸਟਰ ਜੀ ਨੇ ਕੋਈ ਜਵਾਬ ਦਿੱਤਾ, ਤੈਨੂੰ ਕੋਈ ਫਾਇਦਾ ਨਹੀਂ। ਉਸਨੇ ਹੈਰਾਨ ਹੋ ਕੇ ਪੁੱਛਿਆ ਕਿ ਗੱਲ ਤੁਹਾਨੂੰ ਫਾਇਦਾ ਹੈ, ਮੈਨੂੰ ਨਹੀਂ। ਮਾਸਟਰ ਜੀ ਨੇ ਸਮਝਾਇਆ ਕਿ ਤੂੰ ਸੋਚ ਰਿਹਾ ਹੈ ਕਿ ਕੜਾ ਪਾਉਣ ਨਾਲ ਸ਼ਾਇਦ ਇਮਤਿਹਾਨ ਚੋਂ ਪਾਸ ਹੋ ਜਾਏ ਜਾਂ ਤੇਰਾ ਕੋਈ ਕੰਮ ਹੋਰ ਬਣ ਜਾਏ, ਐਸਾ ਨਹੀਂ ਹੋਏਗਾ। ਮੈਂ ਕੜਾ ਇਹ ਸੋਚ ਕੇ ਪਾਇਆ ਹੈ ਕਿ ਇਹ ਲਗਾਤਾਰ ਯਾਦ ਹੁੰਦਾ ਹੈ, ਜਿਸਨੇ ਇਹ ਕੜਾ ਪਾਇਆ ਸੀ ਉਸਦੇ ਬੰਦ-ਬੰਦ ਤੱਕ ਕੱਟੇ ਗਏ, ਉਸ ਨੂੰ ਤਰਖੜੀ ਤੇ ਚਾੜ ਦਿੱਤਾ ਗਿਆ। ਹੋਰ ਅਨੇਕਾਂ ਹੀ ਸ਼ਹੀਦਾਂ ਦੀ ਗੱਲ ਮਾਸਟਰ ਤਾਰਾ ਸਿੰਘ ਨੇ ਦੱਸੀ ਔਰ ਕਹਿੰਦੇ ਮੈਨੂੰ ਇਹ ਲੱਗਦਾ ਹੈ ਕਿ ਕੜਾ ਪਾਉਣ ਕਰਕੇ ਸ਼ਾਇਦ ਮੈਨੂੰ ਵੀ ਕਿਤੇ ਸ਼ਹਾਦਤ ਪ੍ਰਾਪਤ ਹੋ ਜਾਏ, ਇਸ ਲਈ ਮੈਨੂੰ ਫਾਇਦਾ ਹੈ, ਸ਼ਾਇਦ ਤੈਨੂੰ ਇਸ ਕੜੇ ਦਾ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ। ਤੋ ਜਿਹੜਾ ਵੀ ਕੋਈ ਸਿੱਖ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਉਹਨੂੰ ਸਰਬਲੋਹ ਦਾ ਕੜਾ ਪਾਉਣਾ ਜ਼ਰੂਰੀ ਹੈ। ਕੜਾ ਵੀ ਸਰਬਲੋਹ ਦਾ ਨਾਲ ਲਿਖਿਆ ਗਿਆ ਵੀ ਲੋਹੇ ਦਾ ਕੜਾ ਪਾਉਣਾ ਜ਼ਰੂਰੀ ਹੈ। ਬਾਕੀ ਸੋਨੇ, ਚਾਂਦੀ, ਤਾਂਬੇ ਜਾਂ ਕਿਸੇ ਹੋਰ ਧਾਤ ਦੇ ਕੜੇ ਇਹ ਕਕਾਰ ਨਹੀਂ ਖਵਾ ਸਕਦੇ ਔਰ ਨਾ ਹੀ ਇਹਨਾਂ ਨੂੰ ਕਕਾਰਾਂ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਸਿੱਖਾਂ ਲਈ ਇਕਸਾਰਤਾ ਲਿਆਉਣ ਦੇ ਲਈ, ਇੱਕ ਅਮੀਰ ਗਰੀਬ ਦਾ ਪਾੜਾ ਮਟਾਉਣ ਦੇ ਲਈ ਸਤਿਗੁਰੂ ਜੀ ਜਾਂ ਗੁਰੂ ਪੰਥ ਨੇ ਇਹ ਮਰਿਆਦਾ ਦੇ ਵਿੱਚ ਸਰਬਲੋਹ ਦਾ ਕੜਾ ਲਿਖਿਆ। ਇਹ ਨਹੀਂ ਕੋਈ ਬਹੁਤ ਅਮੀਰ ਦੌਲਤਮੰਦ ਹੋਵੇ ਤਾਂ 10 ਤੋਲੇ ਦਾ ਸੋਨਾ ਪਾ ਕੇ ਇਹ ਸੋਚੇ ਵੀ ਮੈਂ ਬੜਾ ਵੱਡਾ ਅਮੀਰ, ਉਹਦਾ ਦਿਖਾਵਾ ਕਰੇ। ਅੱਜ ਅਸੀਂ ਕਈ ਜਗ੍ਹਾ ਤੇ ਵੇਖਦੇ ਹਾਂ ਕਿ ਕੜੇ ਦੇ ਉਸ ਰੂਪ ਨੂੰ ਜਿਹੜਾ ਸੋਨੇ ਦੇ ਵਿੱਚ ਪਾਇਆ ਹੋਇਆ ਸਾਡੀਆਂ ਬਾਹਾਂ ਦਾ ਸ਼ਿੰਗਾਰ ਬਣਿਆ ਹੁੰਦਾ ਹੈ, ਪਰ ਗੁਰਮਤਿ ਵਿੱਚ ਸਰਬਲੋਹ ਦਾ ਕੜਾ ਪਾਉਣ ਦੀ ਹੀ ਇਜਾਜ਼ਤ ਹੈ। ਕਕਾਰ ਜਿਹੜਾ ਹੈ ਲੋਹੇ ਦਾ ਕੜਾ ਹੀ ਘੁਆ ਸਕਦਾ ਹੈ, ਦੂਜਾ ਧਾਤ ਦਾ ਪਾਇਆ ਹੋਇਆ ਕੜਾ ਕਕਾਰ ਨਹੀਂ ਅਖਵਾ ਸਕਦਾ। ਤੋ ਗਾਤਰੇ ਅਸੀਂ ਵਿਚਾਰ ਕੀਤੀ, ਕਿਰਪਾਨ, ਕੜਾ, ਕੰਘਾ, ਸ਼ਹਿਰਾ, ਅਸਲ 'ਚ ਇਹ ਸਾਡੀ ਬਾਣੀ ਤੇ ਬਾਣਾ ਦੋ ਚੀਜ਼ਾਂ ਸਿੱਖ ਲਈ ਜ਼ਰੂਰੀ ਹੈ। ਗੁਰੂ ਸਾਹਿਬ ਦੀ ਖੁਸ਼ੀ ਲੈਣ ਲਈ ਜਿੱਥੇ ਅਸੀਂ ਪੰਜਾਂ ਕਕਾਰਾਂ ਵਾਲਾ ਬਾਣਾ ਸਜਾਉਣਾ ਹੈ, ਉੱਥੇ ਨਾਲ ਹੀ ਆਪਣੇ ਜੀਵਨ ਵਿੱਚ ਬੋਲ ਤੋਲ, ਵਰਤਨ ਵਿਹਾਰ ਨੂੰ ਵੀ ਗੁਰੂ ਦੇ ਹੁਕਮਾਂ ਅਨੁਸਾਰ ਬਣਾਉਣਾ ਜ਼ਰੂਰੀ ਹੈ। ਜੇ ਸਾਡਾ ਬਾਹਰਲਾ ਸਰੂਪ ਤਾਂ ਖਾਲਸੇ ਵਾਲਾ ਹੋਵੇ ਪਰ ਅੰਦਰ ਖਾਲਸੇ ਵਾਲੇ ਗੁਣ ਨਹੀਂ ਹਨ, ਤਾਂ ਉਹ ਗੁਣ ਜਿਨ੍ਹਾਂ ਗੁਣਾਂ ਲਈ ਇਹ ਪੰਜ ਕਕਾਰ ਸਾਨੂੰ ਬਖਸ਼ੇ ਗਏ ਸਨ, ਜੇ ਉਹ ਸਾਡੇ ਜੀਵਨ ਅੰਦਰ ਨਹੀਂ ਹਨ ਤਾਂ ਬਾਹਰਲਾ ਬਾਣਾ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਫਿਰ ਭੇਖ ਹੀ ਬਣ ਜਾਏਗਾ। ਫਿਰ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਭੇਖ ਹੈ। ਭੇਖੀ ਮਨੁੱਖ ਵਾਸਤੇ ਗੁਰੂ ਦੇ ਕੋਲ ਕੋਈ ਜਗ੍ਹਾ ਨਹੀਂ ਜਾਂ ਗੁਰੂ ਦੇ ਚਰਨਾਂ ਵਿੱਚ ਕੋਈ ਥਾਂ ਨਹੀਂ। ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰੀਏ ਕਿ ਇੱਕ ਹਰ ਦੇਸ਼ ਦਾ ਹਕੂਮਤ ਦਾ ਆਪਣਾ ਸਿੱਕਾ ਹੁੰਦਾ ਹੈ, ਸੰਬੰਧਿਤ ਬਾਦਸ਼ਾਹ ਜਾਂ ਰਾਜ ਦੀ ਪ੍ਰਵਾਨਿਤ ਮੋਹਰ ਹੁੰਦੀ ਹੈ। ਜੇਕਰ ਅਜਿਹੀ ਮੋਹਰ ਸਿੱਕੇ ਉੱਤੇ ਨਾ ਹੋਵੇ ਤਾਂ ਸਿੱਕੇ ਦਾ ਕੁਝ ਮੁੱਲ ਨਹੀਂ ਪੈਂਦਾ। ਸਿੱਕੇ ਤੇ ਲੱਗੀ ਹੋਈ ਮੋਹਰ ਸਿੱਕੇ ਦੀ ਫੇਸ ਵੈਲਿਊ ਜ਼ਾਹਰ ਕਰਦੀ ਹੈ। ਇਸ ਮੋਹਰ ਤੋਂ ਸਾਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਇਸ ਦੇਸ਼ ਅੰਦਰ ਜਿੱਥੇ ਵੀ ਲਿਜਾਇਆ ਜਾਏਗਾ ਇਹ ਆਪਣਾ ਮੁੱਲ ਪਾਏਗਾ। ਪਰ ਕਈ ਵਾਰ ਸਿੱਕੇ ਦੀ ਮੋਹਰ ਠੀਕ ਹੁੰਦੀ ਹੈ, ਫਿਰ ਵੀ ਉਸਨੂੰ ਖੋਟਾ ਕਹਿ ਕੇ ਮੋੜ ਦਿੱਤਾ ਜਾਂਦਾ ਹੈ, ਕਿਉਂਕਿ ਉਸਦੇ ਅੰਦਰ ਪ੍ਰਵਾਨਿਤ ਮਿਣਤੀ ਦਾ ਉਹ ਧਾਤ ਨਹੀਂ ਹੁੰਦੀ। ਸੋਨਾ ਜਾਂ ਚਾਂਦੀ ਜੋ ਵੀ ਧਾਤ ਉਹਦੇ ਅੰਦਰ ਨਹੀਂ ਹੁੰਦੀ। ਇਸ ਸਿੱਕੇ ਦੀ ਜਿਹੜੀ ਅੰਦਰਲੀ ਵੈਲਿਊ ਹੈ ਉਹ ਉਹਦੇ ਕਰਕੇ ਹੈ। ਸਿੱਕਾ ਉਹੀ ਪ੍ਰਵਾਨ ਚੜ੍ਹਦਾ ਜਿਹਦੀ ਮੋਹਰ ਵੀ ਠੀਕ ਹੋਵੇ, ਉਸ ਨੂੰ ਬਣਾਉਣ ਵਾਲੀ ਜਿਹੜੀ ਧਾਤ ਹੈ ਉਹ ਵੀ ਪੂਰੀ ਦਾ ਸ਼ੁੱਧ ਮਾਤਰਾ 'ਚ ਵਰਤੀ ਗਈ ਹੋਵੇ। ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਦੇ ਲਈ ਬਾਣੀ ਤੇ ਬਾਣੇ ਦਾ ਵਿਧਾਨ ਹੈ। ਬਾਣਾ ਖਾਲਸਾ ਪੰਥ ਦੀ ਜਥੇਬੰਦੀ ਦਾ ਸ਼ਿੰਗਾਰ ਹੈ। ਬਾਣਾ ਇਸ ਦੀ ਆਤਮਾ ਦਾ ਆਧਾਰ ਹੈ। ਜਿਵੇਂ ਕਿਸੇ ਸਰੀਰ ਦੀ ਸੋਭਾ
ਆਤਮਾ ਨਾਲ ਹੈ। ਇੱਥੇ ਇਵੇਂ ਹੀ ਸਿੱਖ ਦੇ ਜੀਵਨ ਲਈ ਗੁਰੂ ਕਾ ਬਾਣਾ ਤੇ ਗੁਰੂ ਕੀ ਬਾਣੀ ਦੋ ਚੀਜ਼ਾਂ ਹਨ। ਜੇ ਬਾਣਾ ਤਾਂ ਖਾਲਸੇ ਵਾਲਾ ਰੱਖਦੇ ਹਨ, ਪਰ ਅੰਦਰ ਸਿੱਖ ਜੀਵਨ ਦੀ ਲਾਗ ਨਹੀਂ ਹੈ, ਪ੍ਰੇਮ ਨਹੀਂ ਹੈ ਸਿੱਖੀ ਜੀਵਨ ਦੇ ਨਾਲ, ਫਿਰ ਅੰਮ੍ਰਿਤਧਾਰੀ ਗੁਰਸਿੱਖਾਂ ਵਾਲੇ ਗੁਣ ਨਹੀਂ ਹਨ, ਤਾਂ ਫਿਰ ਇਹ ਬਾਣਾ ਭੇਖ ਬਣ ਜਾਂਦਾ। ਫਿਰ ਲੋਕੀ ਇਹ ਸਵਾਲ ਕਰਨਗੇ, ਅਸੀਂ ਦੇਖੇ ਹੋਏ ਹਨ, ਅਸੀਂ ਦੇਖੇ ਹੋਏ ਹਨ ਗੁਰਦੁਆਰੇ ਜਾਣ ਵਾਲੇ, ਅਸੀਂ ਦੇਖੇ ਹੋਏ ਹਨ ਕਿਰਪਾਨਾਂ ਪਾਉਣ ਵਾਲੇ, ਅਸੀਂ ਦੇਖੇ ਹੋਏ ਹਨ ਬਾਣੇ ਪਾਉਣ ਵਾਲੇ, ਅਸੀਂ ਦੇਖੇ ਹੋਏ ਹਨ ਸ਼ਸਤਰ ਸਜਾਉਣ ਵਾਲੇ। ਇਹ ਸਵਾਲ ਆਮ ਦੁਨੀਆ ਦੀ ਜ਼ੁਬਾਨ ਤੇ ਆਏਗਾ ਜੇ ਸਾਡੇ ਅੰਦਰ ਉਹ ਗੁਣ ਨਹੀਂ ਹਨ। ਬਾਣੀ ਸਾਡੇ ਜ਼ਿੰਦਗੀ ਦਾ ਆਧਾਰ ਹੈ, ਬਾਣਾ ਸਾਡਾ ਰੂਪ ਹੈ, ਸਾਡਾ ਸ਼ਿੰਗਾਰ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਤੇ ਬਾਣੇ ਨੂੰ ਸਾਡੇ ਲਈ ਜ਼ਰੂਰੀ ਕਰਾਰ ਦਿੱਤਾ। ਗੁਰੂ ਪੰਥ ਵਿੱਚ ਜਦੋਂ ਇਹ ਅੰਮ੍ਰਿਤ ਦੀ ਦਾਤ ਜਾਂ ਖੰਡੇ ਬਾਟੇ ਦੀ ਪੌਲ ਬਖਸ਼ੀ ਜਾਂਦੀ ਹੈ, ਪੰਜ ਪਿਆਰੇ ਜਦੋਂ ਸਾਨੂੰ ਇਹ ਦਾਤ ਬਖਸ਼ਦੇ ਹਨ, ਤਾਂ ਉਦੋਂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ ਇਹ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਉਂਦੇ ਹਨ। ਕਿਹੜੀ? ਜਿਹੜੀ 1469 ਤੋਂ ਲੈ ਕੇ 1699 ਤੱਕ 230 ਸਾਲ ਦੇ ਲੰਮੇ ਸਮੇਂ ਅੰਦਰ ਇੱਕ ਆਜ਼ਾਦ ਜੀਵਨ ਦੀ ਉਸਾਰੀ ਜਿਹੜੀ ਸੀ ਗੁਰੂ ਸਾਹਿਬ ਨੇ ਕੀਤੀ, ਤੇ ਜਿਸ ਦਾ ਅੰਤ ਸਿਖਰ ਜਿਹੜਾ ਸੰਪੂਰਨਤਾ ਖਾਲਸਾ ਸੀ। ਜਦੋਂ ਸਮਾਜ ਅੰਦਰ ਕੋਈ ਅਧੋਗਤੀ ਪਤਨ ਹੁੰਦਾ ਹੈ ਜਾਂ ਕਮਜ਼ੋਰੀਆਂ ਆਉਂਦੀਆਂ ਹਨ, ਤਾਂ ਉਹਨਾਂ ਨੂੰ ਦੂਰ ਕਰਨ ਤੇ ਸਮਾਂ ਲੱਗਦਾ ਹੈ। ਭਾਰਤੀ ਸਮਾਜ ਜਿਹੜਾ ਕਮਜ਼ੋਰੀਆਂ ਨਾਲ ਭਰਿਆ ਹੋਇਆ ਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 230 ਸਾਲ ਦਾ ਸਮਾਂ ਉਹਦੇ ਸਾਜੋ ਸਵਾਰ ਤੇ ਸ਼ਿੰਗਾਰਨ ਤੇ ਲੱਗਾ। ਤੇ ਇਹ ਸ਼ੁੱਧ ਰੂਪ ਜਿਹੜਾ ਸੀ, ਜਿਹਨੂੰ ਨਿਰਮਲ ਰੂਪ ਵਿੱਚ ਜਦੋਂ ਸ਼ੁਰੂ ਕੀਤਾ ਗਿਆ, ਤੇ ਉਹ ਸ਼ੁੱਧ ਰੂਪ ਜਿਹੜਾ ਸੀ ਉਹ ਕਲਗੀਧਰ ਪਾਤਸ਼ਾਹ ਜੀ ਦੇ 1699 ਵਿੱਚ ਸੰਪੂਰਨਤਾ ਦੇ ਉੱਤੇ ਆ ਪਹੁੰਚਿਆ। ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਗੱਲ ਕਹੀ ਸੀ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ। ਇਸ ਲਈ ਜੋ ਰੂਪ ਗੁਰੂ ਜੀ ਨੇ ਬਖਸ਼ਿਆ, ਉਸੇ ਅਕਾਲ ਪੁਰਖ ਵੱਲੋਂ ਬਖਸ਼ਿਆ ਹੈ ਰੂਪ, ਬਿਨਾਂ ਕਿਸੇ ਪ੍ਰਕਾਰ ਦੀ ਤੋੜ ਭੰਨ ਦੇ ਸਾਬਤ ਸੂਤ ਰਹਿਣ ਵਾਲਾ ਰੂਪ, ਸਿਰ ਪਰ ਦਸਤਾਰ ਸਜਾਉਣਾ, ਪੰਜੇ ਕਕਾਰਾਂ ਦੇ ਰਹਿਤ ਦੇ ਧਾਰਨੀ ਹੋਣਾ, ਇਹ ਸਾਰਾ ਬਾਣਾ ਕਕਾਰ ਅਕਾਲ ਪੁਰਖ ਦੀ ਫੌਜ ਹੋਣ ਦਾ ਸੰਕੇਤ ਹੈ। ਜਿਹੜਾ ਬਾਣਾ ਹੈ ਸਾਡਾ, ਜਿਹੜੇ ਕਕਾਰ ਹਨ ਸਾਡੇ, ਜਿਵੇਂ ਫੌਜ ਅੰਦਰ ਦਾਖਲਾ ਉਹਨਾਂ ਦੇ ਨਿਯਮਾਂ ਮੁਤਾਬਕ ਹੁੰਦਾ, ਉਹਨਾਂ ਦੇ ਬਣੇ ਹੋਏ ਕਾਨੂੰਨਾਂ ਮੁਤਾਬਕ ਹੁੰਦਾ ਹੈ, ਇਸੇ ਤਰ੍ਹਾਂ ਸਿੱਖੀ ਵਿੱਚ ਦਾਖਲਾ ਜਿਹੜਾ ਹੈ ਹੁਣ ਖੰਡੇ ਬਾਟੇ ਦੀ ਪੌਲ ਦੇ ਨਾਲ ਹੁੰਦਾ ਹੈ। ਜਿਹੜਾ ਮਨੁੱਖ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਭਾਵ ਨੂੰ ਸਮਝ ਲੈਂਦਾ ਹੈ, ਉਹ ਫਿਰ ਨਿਰਭਉ ਤੇ ਨਿਰਵੈਰ ਵਾਹਿਗੁਰੂ ਦੀ ਇੱਕ ਅਮਾਨਤ ਜਾਂ ਇੱਕ ਉਹਦਾ ਤਸੱਵਰ ਜਾਂ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਸਕਦਾ ਹੈ। ਉਹ ਸੱਚਾ ਅਮਰ ਸੱਚੀ ਪਾਤਸ਼ਾਹੀ ਦਾ ਵਾਸੀ ਹੋਣ ਦਾ ਨਿਸ਼ਚਾ ਬਣਾ ਲੈਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਕਨਸੈਪਟ ਇਸ ਅੰਮ੍ਰਿਤ ਦੇ ਵਿੱਚ ਰੱਖਿਆ, ਉਹ ਬੜਾ ਮਹਾਨ ਸੀ। ਸਰਵਲੋਕ ਗ੍ਰੰਥ ਵਿੱਚ, ਹੋਰ ਗ੍ਰੰਥਾਂ ਵਿੱਚ ਇਹਦੇ ਹਵਾਲੇ ਮਿਲਦੇ ਹਨ, ਜਿੱਥੇ ਲਿਖਿਆ ਗਿਆ, ਉਪਮਾ ਖਾਲਸੇ ਜਾਤ ਨਾ ਕਹੀ, ਵੀ ਇਹੋ ਜਿਹੇ ਖਾਲਸੇ ਦੀ ਉਪਮਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਤੇ ਅੱਗੇ ਜਾ ਕੇ ਫਿਰ ਉਹਦੇ ਚ ਲਿਖਿਆ ਗਿਆ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ, ਵੀ ਮੇਰੇ ਵਿੱਚ ਪਰਮਾਤਮਾ ਵਿੱਚ ਤੇ ਉਸ ਸ਼ੁੱਧ ਸਰੂਪ ਵਾਲੇ ਖਾਲਸੇ ਵਿੱਚ ਵੀ ਕੋਈ ਭੇਦ ਨਹੀਂ ਹੈ, ਉਹ ਵੀ ਮੇਰਾ ਰੂਪ ਹਨ। ਤੇ ਇਹੋ ਜਿਹਾ ਜਿਹੜਾ ਖਾਲਸਾ ਹੁੰਦਾ ਹੈ, ਉਹਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਸਤਿਗੁਰੂ ਮੇਰੇ ਹਮੇਸ਼ਾ ਅੰਗ ਸੰਗ ਹਨ। ਇਹ ਵਿਸ਼ਵਾਸ ਹੀ ਉਹਦੇ ਅੰਦਰੋਂ ਸਾਰੇ ਇਹ ਬਾਣੀ ਤੇ ਬਾਣਾ ਦਾ ਵਿਸ਼ਵਾਸ ਸਾਰੇ ਭੌਦ ਚੋਂ ਦੂਰ ਕਰਦਾ ਹੈ। ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸਦਾ ਅੰਗ ਸੰਗ ਰਹਿਣ ਦੇ ਅੰਦਰ ਜੁੜ ਗਿਆ, ਫਿਰ ਉਹਨੂੰ ਡਰ ਕਾਹਦਾ? ਸਿੱਖ ਇਤਿਹਾਸ ਸਾਡਾ ਭਰਿਆ ਪਿਆ ਹੈ ਇਹੋ ਜਿਹੇ ਬਹੁਤ ਹਵਾਲਿਆਂ ਦੇ ਨਾਲ। ਜੇ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਸਾਰਾ ਭਰਿਆ ਪਿਆ ਹੈ, ਜਿਹਨਾਂ ਚੋਂ ਥੋੜੇ ਨਹੀਂ,
ਉਸ ਇਤਿਹਾਸ ਦੀ ਜਿਹੜੀ ਘਾੜ ਕਿੱਦਾਂ ਘੜੀ ਗਈ, ਉਹਦੇ ਬਾਰੇ ਵੀ ਮੈਂ ਬੇਨਤੀ ਕਰ ਰਿਹਾ ਹਾਂ। 5 ਗੁਣਾਂ ਦਾ ਸਮੂਹ ਹੈ ਖਾਲਸਾ, 5 ਕਕਾਰਾਂ ਦਾ ਸਮੂਹ ਹੈ ਖਾਲਸਾ, ਤੇ 5 ਗੁਣਾਂ ਦਾ ਸਮੂਹ ਹੈ ਖਾਲਸਾ। ਉਹ 5 ਗੁਣਾਂ ਦੇ ਜਿਹੜੇ ਵਰਣਨ ਕੀਤਾ, ਉਹ ਹੈ ਖਾਲਸਾ ਹੋਵੇ ਸਦਾ ਉਦਾਰ ਚਿੱਤ, ਖਾਲਸਾ ਹੋਵੇ ਸਦਾ ਧਰਮ ਬ੍ਰਿਤ, ਤੀਸਰਾ ਹੈ ਖਾਲਸਾ ਨਾ ਹਾਰੇ ਹਿੰਮਤ ਕਦੇ ਵੀ, ਤੇ ਚੌਥਾ ਹੈ ਖਾਲਸਾ ਰਹੇ ਅਡੋਲ ਤ੍ਰੈ ਕਾਲ, ਤੇ ਪੰਜਵਾਂ ਹੈ ਖਾਲਸਾ ਪਾਲੇ ਬਿਰਧ ਸਾਹਿਬੀ ਵਾਲਾ। ਇਹ 5 ਗੁਣ ਹਨ ਖਾਲਸੇ ਦੇ, ਜਿਹੜੇ ਤਸੱਵਰ ਸੀ ਕਲਗੀਧਰ ਪਾਤਸ਼ਾਹ ਦਾ ਖਾਲਸੇ ਦੇ ਲਈ। ਮੈਂ ਫਿਰ ਦੁਹਰਾ ਰਿਹਾ, ਇਹ 5 ਗੁਣਾਂ ਨੂੰ ਖਾਲਸਾ ਹੋਵੇ ਸਦਾ ਉਦਾਰ ਚਿੱਤ, ਖਾਲਸਾ ਹੋਵੇ ਸਦਾ ਧਰਮ ਬ੍ਰਿਤ, ਖਾਲਸਾ ਨਾ ਹਾਰੇ ਹਿੰਮਤ ਕਦੇ ਵੀ, ਖਾਲਸਾ ਰਹੇ ਅਡੋਲ ਤ੍ਰੈ ਕਾਲ, ਖਾਲਸਾ ਪਾਲੇ ਬਿਰਧ ਸਾਹਿਬੀ ਵਾਲਾ। ਐਸਾ ਖਾਲਸਾ ਵਾਹਿਗੁਰੂ ਦਾ ਖਾਲਸਾ ਹੈ, ਜਿਹੜਾ ਉਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਵਿਧਾਨ ਦਿੱਤਾ ਗਿਆ ਹੈ। ਐਸਾ ਖਾਲਸਾ ਹੈ ਵਾਹਿਗੁਰੂ ਜੀ ਦਾ, ਜਿਹਦੇ 'ਚ ਇਹ ਗੁਣ ਹਨ। ਉਹ ਸਾਹਿਬ ਮੈਂ ਉਸਕਾ ਚੇਰਾ ਉਹ ਹੈ, ਜਿਨ੍ਹਾਂ ਨੇ ਸਿਰ ਤਲੀ ਤੇ ਧਰ ਕੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਮੁੱਚ ਹੀ ਉਹਨਾਂ ਸਾਹਮਣੇ ਵੀਰ ਆਸਨ ਹੋ ਕੇ ਉਹਨਾਂ ਦਾ ਚੇਲਾ ਹੋਣ ਦਾ ਨਿਸ਼ਚਾ ਵੀ ਜਿਹੜਾ ਸੀ ਉਹ ਸਾਡੇ ਸਾਹਮਣੇ ਕਰ ਦਿੱਤਾ, ਤੇ ਇਹ ਗੱਲ ਕਹੀ ਸੀ, ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਸਤਿਗੁਰੂ ਹੈ। ਤੋ ਇਹ ਐਸਾ ਵਿਚਾਰ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਅੰਦਰ ਜਿਹੜਾ ਸੀ ਬੰਨ ਦਿੱਤਾ, ਜਿਹੜੇ ਇਸ ਕਕਾਰਾਂ ਦੇ ਵਿੱਚ ਸਾਡੇ ਅੰਦਰ ਭਰਿਆ ਪਿਆ ਸੀ। ਔਰ ਇਹਨਾਂ ਦੇ ਬਾਰੇ ਵਿੱਚ ਹੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਗੱਲ ਸਮਝਾਈ ਸੀ, ਉਹ ਬੜੀ ਕਮਾਲ ਦੀ ਹੈ, ਬਹੁਤ ਕਮਾਲ ਦੀ ਹੈ। ਕਹਿੰਦੇ ਨੇ ਇਹ ਜਿਹੜੇ ਹਨ ਇੱਕ ਐਸਾ ਮਾਡਲ ਤਿਆਰ ਕੀਤਾ ਹੈ, ਜਿਸ ਮਾਡਲ ਦੇ ਉਦਾਹਰਨਾਂ ਜਿਹੜੀਆਂ ਇਤਿਹਾਸਿਕ ਇਤਿਹਾਸ ਦੇ ਵਿੱਚ ਭਰੀਆਂ ਪਈਆਂ ਹਨ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਦੀ ਦਾਤ ਸਾਡੀ ਝੋਲੀ ਵਿੱਚ ਪਾਈ, ਸਾਡੀ ਝੋਲੀ 'ਚ ਬਖਸ਼ਿਸ਼ ਕੀਤੀ, ਉਹ ਸੱਚਮੁੱਚ ਹੀ ਉਨੀ ਦੇਰ ਤੱਕ ਅਸੀਂ ਕੰਪਲੀਟ ਨਹੀਂ ਮੰਨ ਸਕਦੇ, ਜਿੰਨੀ ਦੇਰ ਤੱਕ ਇਹ 5 ਕੱਕਿਆਂ ਦਾ ਅਸੀਂ ਖਾਸ ਖਿਆਲ ਜਿਹੜਾ ਹੈ ਉਹ ਨਹੀਂ ਰੱਖਦੇ, ਜਾਂ ਇਹਨਾਂ 5 ਕੱਕਿਆਂ ਦਾ ਅਸੀਂ ਧਾਰਨੀ ਨਹੀਂ ਹੁੰਦੇ। ਇੱਥੇ ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਐਸੀ ਜ਼ਿੰਦਗੀ ਦੀ ਜਾਚ ਸਿਖਾ ਦਿੱਤੀ, ਇੱਕ ਕਕਾਰ ਬਖਸ਼ ਕੇ, ਜਿਹਦੇ ਬਾਰੇ ਇਹ ਕਿਹਾ, ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹੋਂ, ਜੋ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ, ਕੜਾ ਨਹੀਂ ਇਹ ਕੜੀਆਂ ਗੀਆਂ ਮਾਰੀਆਂ ਨੇ, ਕੱਛ ਇਹ ਕੀ ਜੱਤ ਤੇ ਸੱਤ ਹੈ, ਇਹਦੇ ਵਿੱਚ ਹੀ ਬਰਕਤਾਂ ਭਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਤਾਈਓ ਪਿਤਾ ਕਿਰਪਾਨ ਦਾ ਦਾਨ ਦਿੱਤਾ, ਡਰਦਾ ਰਹੇਗਾ ਕਾਲ ਵੀ ਉਸ ਕੋਲੋਂ, ਖੰਡੇ ਧਾਰ ਦਾ ਅੰਮ੍ਰਿਤ ਜਿਹਨੇ ਪਾਨ ਕੀਤਾ। ਤੋ ਇਹ ਇੱਕ ਐਸਾ ਵਿਸ਼ਵਾਸ ਹੈ ਸਾਡਾ, ਜੋ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਸਾਡੇ ਅੰਦਰ ਭਰਿਆ ਸੀ। ਤੋ ਇਹ ਐਸਾ ਖਾਲਸਾ ਜਿਹਦੇ ਇੱਕ ਹੋਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਵੀ, ਇਹ ਜਿਹੜਾ ਅੰਮ੍ਰਿਤ ਦਾ ਜਾਂ ਛਕਾਉਣ ਦਾ ਜਾਂ ਸੰਪੂਰਨਤਾ ਦੀ ਗੱਲ ਜਿਹੜੀ ਸੀ, ਇਹਦੇ ਵਿੱਚ ਗੁਰੂ ਦੀ ਵਿਚਾਰਧਾਰਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਝੋਲੀ 'ਚ ਪਾਈ, ਉਹਦੀ ਸੰਪੂਰਨਤਾ ਸੀ। ਉਹ ਸੀ ਵੀ ਇਨਸਾਨ ਨੂੰ ਸ਼ਕਤੀਵਾਨਾਂ ਤੇ ਭਗਤਾਂ ਦਾ ਆਪਸੀ ਜੋੜ ਪੈਦਾ ਕਰਨਾ। ਉਹ ਵਿਚਾਰ ਸੀ, ਇਸ ਜੋੜ ਦੇ ਅੰਦਰ ਜੁੜਿਆ ਹਰ ਬੰਦਾ ਨਾਮੀ ਵੀ ਹੋਵੇ ਤੇ ਵੀਰ ਵੀ ਹੋਵੇ, ਯੋਧਾ ਵੀ ਹੋਵੇ, ਸੰਤ ਵੀ ਹੋਵੇ ਤੇ ਸਿਪਾਹੀ ਵੀ ਹੋਵੇ, ਜੋਗੀ ਵੀ ਹੋਵੇ ਤੇ ਰਾਜਾ ਵੀ ਹੋਵੇ, ਦੁਨੀਆਦਾਰ ਵੀ, ਗ੍ਰਸਤੀ ਵੀ ਹੋਵੇ ਤੇ ਦੁਨੀਆ ਦੀ ਪਕੜ ਤੋਂ ਨਿਰਲੇਪ ਵੀ ਹੋਵੇ, ਮੌਤ ਜਿਸ ਦਾ ਜੀਵਨ ਹੋਵੇ, ਦੁੱਖ ਜਿਸ ਦਾ ਦਾਰੂ ਹੋਵੇ, ਜਿਸ ਨੂੰ ਸਰੀਰਕ ਸੁੱਖ ਕਦੇ ਵੀ ਗੁਰੂ ਵੱਲੋਂ ਬੇਮੁਖ ਨਾ ਕਰ ਸਕਣ, ਜੋ ਧਰਮ ਦੀ ਕਿਰਤ ਕਰਕੇ ਛਕੇ, ਵੰਡ ਕੇ ਛਕੇ, ਸਰਬੱਤ ਦੇ ਭਲੇ ਅੰਦਰ ਆਪਣਾ ਭਲਾ ਦੇਖੇ, ਜਿਸ ਦਾ ਜੀਵਨ ਮਰਨ ਮਨੁੱਖਤਾ ਲਈ ਹੋਵੇ, ਜਿਸ ਨੂੰ ਆਉਂਦਾ ਵੇਖ ਕੇ ਮਜ਼ਲੂਮ ਦੇ ਵਿੱਚ ਜਾਨ ਪੈ ਜਾਏ, ਤੇ ਜ਼ਾਲਮ ਜਿਹਨੂੰ ਆਉਂਦਾ ਦੇਖ ਕੇ ਡਰ ਜਾਏ, ਤੇ ਐਸੀ ਨੁਹਾਰ ਹੀ
ਜਿਹੜੀ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਬਣਾਈ ਉਹ ਨੁਹਾਰ ਸੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼, ਸਾਬਤ ਸੂਰਤ ਤੇ ਸਿਰ ਤੇ ਦਸਤਾਰ। ਐਸੀ ਸੀਰਤ ਤੇ ਸੂਰਤ ਵਾਲਾ ਹੀ ਵਾਹਿਗੁਰੂ ਜੀ ਕਾ ਖਾਲਸਾ ਕਹਾਉਣ ਦਾ ਹੱਕਦਾਰ ਹੈ। ਇਹ ਹੈ ਜੋ ਪੰਜ ਕਕਾਰਾਂ ਦੇ ਪਿੱਛੇ ਸਾਡੀ ਫਿਲਾਸਫੀ ਜਿਹੜੀ ਹੈ ਉਹ ਪੂਰੀ ਛੁਪੀ ਹੋਈ ਹੈ। तो पंज ककारां तो बाद अगला जो चार लिखा हुआ है, ये चार कुरैतां नहीं करनी। सब तो पहला केसां दी बेअदबी, दूजा कुट्ठा खाना, तीजा पर इस्त्री जां पर उसका गमन भाव भोगना ब्रैकेट च लिखा होया। चौथा है तंबाकू का बर्तन। इन्हां विचों कोई करैत हो जावे तां मुड़ के अमृत छकना पेगा। अपनी इच्छा विरुद्ध अनभोल ही कोई करैत हो जावे तां कोई दंड नहीं। कल साहूला सिंह जी आप जी का सवाल सी भी ऑपरेशन वेले रूमां दी बेदबी हो जाती है, ਉਹਦਾ जवाब है अपनी इच्छा विरुद्ध अनभोल ही कोई करैत हो जावे तां कोई दंड नहीं। ਉਹਦਾ जवाब सिख रहत मर्यादा ने दिता होया है, तां दंड नहीं है ਉਹਦਾ। ਹੁਣ ਕਰੈਤ ਕੀ ਹੈ? ਇਹ ਚਾਰ ਕਰੈਤਾਂ ਦਾ ਜ਼ਿਕਰ ਕੀ ਹੋਇਆ? ਬਾਣੀ ਅਤੇ ਕਕਾਰਾਂ ਦੀ ਰਹਿਤ ਰੱਖਣ ਵਾਲੇ ਇਹ ਵੀ ਗੁਰੂ ਜੀ ਨੇ ਜਾਂ ਗੁਰੂ ਪੰਥ ਨੇ ਸਾਨੂੰ ਕੁਝ ਪਰਹੇਜ਼ ਕਰਨ ਦੀਆਂ ਗੱਲਾਂ ਵੀ ਸਮਝਾਈਆਂ ਹਨ, ਜਿਨ੍ਹਾਂ ਦੇ ਕਾਰਨ ਉਹ ਇਨਸਾਨ ਸਿੱਖੀ ਤੋਂ ਡਿੱਗ ਪਵੇ। ਪਤ ਵੀ ਹੋਣਾ, ਇੱਜ਼ਤ ਵੀ ਹੋਣਾ, ਪਦਵੀ ਤੋਂ ਗਿਰਿਆ ਹੋਇਆ ਮੰਨਿਆ ਜਾਂਦਾ ਹੈ ਜਿਹੜਾ ਇਹਨਾਂ ਚੋਂ ਕੋਈ ਕਰੈਤ ਕਰ ਲੈਂਦਾ ਹੈ। ਅਤੇ ਉਸ ਨੂੰ ਫਿਰ ਪੰਥ ਸ਼ਾਮਲ ਹੋਣ ਲਈ ਪੰਜਾਂ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤਪਾਨ ਕਰਨਾ ਪੈਂਦਾ। ਗੁਰੂ ਪੰਥ ਨੇ ਚਾਰੇ ਅਜਿਹੇ ਕੁਕਰਮਾਂ ਨੂੰ ਕਰੈਤ ਕਰਾਰ ਦਿੱਤਾ ਹੈ ਜੋ ਕਿਸੇ ਵੀ ਅਵਸਥਾ ਵਿੱਚ ਕਰਨ ਵਾਲਾ ਸਿੰਘ ਪੰਥ ਤੋਂ ਪਤਿਤ ਮੰਨਿਆ ਜਾਂਦਾ ਹੈ ਜਾਂ ਮੰਨਿਆ ਗਿਆ ਹੈ। तो सब तो पहला सी केसां दी बेदबी। केस सिर दी खोपरी उपरले वालां नूं आम तौर ते किहा जांदा है, पर सिख मत विच सिर दी खोपरी तो लैके पैरां तक शरीर दे सारे अंगां उपर रूमां नूं केस किहा गया है। पैर दे अंगूठे तो लैके सिर दी चोटी तक जिन्ने भी रोम हन उन्हां नूं केस सिख मत विच केस किहा गया है। ਅਸੀਂ ਇਹ ਕਹਿ ਲਈਏ ਹੁਕਮੀ ਹੋਵਨ ਆਕਾਰ ਅਨੁਸਾਰ ਕੇਸਾਂ ਦੀ ਦਾਤ ਕਰਤਾਰ ਨੇ ਹਰ ਮਨੁੱਖ ਨੂੰ ਬਖਸ਼ੀ ਹੈ, ਮਾਲਕ ਨੇ ਹਰ ਮਨੁੱਖ ਨੂੰ ਬਖਸ਼ੀ ਹੈ। ਇਹ ਕੇਸ ਜਿਹੜੇ ਹਨ ਅਸਲ ਵਿੱਚ ਇਨਸਾਨ ਹੋਣ ਦੇ ਪ੍ਰਤੀਕ ਹਨ। ਪਹਿਲਾਂ ਅਸੀਂ ਦੇਖਦੇ ਹਾਂ ਇਤਿਹਾਸ ਜਦੋਂ ਪੜ੍ਹਦੇ ਹਾਂ ਤਾਂ ਸਾਰੇ ਪਹਿਲਾਂ ਸਾਨੂੰ ਕੇਸਾਧਾਰੀ ਹੋਣ ਦਾ ਸਰੂਪ ਹੀ ਮਿਲਦਾ ਹੈ, ਪਰ ਕੁਝ ਆਗੂਆਂ ਪਾਸੋਂ ਕੁਝ ਇਤਿਹਾਸਿਕ ਭੁੱਲਾਂ ਹੋਣ ਕਰਕੇ ਉਹਨਾਂ ਨੇ ਸਮਾਜ ਦੀ ਅਜਿਹੀ ਚਾਲ ਵਿਗਾੜ ਦਿੱਤੀ ਕਿ ਅੱਜ ਕੇਸਾਂ ਦੀ ਬੇਦਬੀ ਕਰਨ ਦਾ ਫੈਸ਼ਨ ਜਿਹਾ ਹੀ ਬਣ ਗਿਆ। ਜਗਤ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ, ਗੁਰੂ ਪੰਥ ਦਾ ਹੁਕਮ ਕਿ ਮਨੁੱਖਤਾ ਨੇ ਰੱਬੀ ਦਾਤ ਜਾਣ ਕੇ ਕੇਸਾਂ ਦੀ ਸੰਭਾਲ ਕਰਨੀ ਹੈ, ਅਦਬ ਕਰਨਾ ਹੈ। ਜੇ ਸਿੱਖ ਦੀ ਮੁੱਖ ਰਹਿਤ ਹੈ ਜੋ ਸਿੰਘ ਹੋ ਕੇ ਕੇਸਾਂ ਦੀ ਬੇਦਬੀ ਕਰਦਾ, ਭਾਵ ਕੇਸਾਂ ਨੂੰ ਉਸਤਰੇ ਕੈਂਚੀ ਜਾਂ ਕਿਸੇ ਪ੍ਰਕਾਰ ਦੇ ਵੀ ਹੋਰ ਸਾਧਨਾਂ ਦੀ ਵਰਤੋਂ ਕਰਕੇ ਉਤਾਰਦਾ ਹੈ, ਉਹ ਪੰਥ ਵਿੱਚੋਂ ਪਤਿਤ ਭਾਵ ਗਿਰਿਆ ਹੋਇਆ ਜਾਣਿਆ ਜਾਏਗਾ। ਕੇਸਾਂ ਦੀ ਪਵਿੱਤਰਤਾ ਨੂੰ ਕਿਸੇ ਮੁਸੀਬਤ ਜਾਂ ਦੁੱਖ ਵਿੱਚ ਵੀ ਭੰਗ ਨਹੀਂ ਕਰਨਾ। ਇੱਥੋਂ ਤੱਕ ਕਿ ਮਾਤਾ ਪਿਤਾ ਦੇ ਚਲਾਣਾ ਕਰਨ ਤੇ ਵੀ ਦੂਜੇ ਧਰਮਾਂ ਵਾਂਗ ਕਦੀ ਵੀ ਸਿੱਖ ਆਪਣੇ ਕੇਸਾਂ ਦੀ ਬੇਦਬੀ ਨਾ ਕਰੇ। ਜਿਹਨੂੰ ਭੱਦਲ ਲਫ਼ਜ਼ ਵੀ ਵਰਤਿਆ ਗਿਆ ਸੀ, ਮੁੰਡਨ ਲਫ਼ਜ਼ ਵੀ ਵਰਤਿਆ ਗਿਆ ਸੀ, ਜੋ ਆਪਾਂ ਪਿੱਛੇ ਗੁਰਮਤਿ ਦੀ ਰਹਿਣੀ ਵਿੱਚ ਪੜ੍ਹ ਚੁੱਕੇ ਹਾਂ, ਜਿਹਨੂੰ ਭਾਈ ਚੌਂਪਾ ਸਿੰਘ ਨੇ ਰਹਿਤ ਰਾਮ ਤੇ ਲਿਖਿਆ, ਗੁਰੂ ਕਾ ਸਿੱਖ ਭੱਦਲ ਨਾ ਕਰਾਵੇ। ਫਿਰ ਬੰਸਾਵਲੀ ਨਾਮਾ ਵਿੱਚ ਇਹ ਗੱਲ ਲਿਖੀ ਮਿਲਦੀ ਹੈ, ਨਾਈ ਦਾ ਹੱਥ ਸੀਸ ਚਿਹਰੇ ਨਾ ਲੱਗਣਾ ਪਾਵੇ, ਕੇਸਾ ਧਾਰੀ ਗੁਰੂ ਕਾ ਪੰਥ ਕਹਾਵੇ। ਇਹ ਬੰਸਾਵਲੀ ਨਾਮਾ ਵਿੱਚ ਵੀ ਇਹ ਲਾਈਨਾਂ ਮਿਲਦੀਆਂ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਇਹ ਗੱਲ ਮਿਲਦੀ ਹੈ, केसन की कीजो प्रतपाल ना उस तरह से कट्यो बाल। फिर अगे होर एक जगह मिलता है, विख्या किरिया भद्दन त्यागो जटा झूठ रहे वो अनुरागो। भाव सावत सूरत रहन की गल जिहड़ी है वो मिलती है। इतिहासिक
ਜ਼ਿਕਰ ਮਿਲਦੇ ਹਨ ਕਿ ਗੁਰੂ ਕਿਆਂ ਨੇ ਨੀਹਾਂ ਵਿੱਚ ਨੇ ਜਾਣਾ, ਆਰਿਆਂ ਥੱਲੇ ਬੈਠਣਾ, ਰੰਬੀਆਂ ਨਾਲ ਖੋਪਰੀਆਂ ਲੁਹਾ ਲੈਣੀਆਂ, ਤਰਖੜੀਆਂ ਤੇ ਚੜ ਜਾਣਾ, ਬੰਦ ਕਟਵਾ ਲੈਣੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲੈਣੇ, ਹੋਰ ਅਨੇਕਾਂ ਤਸੀਹੇ ਸਹਿਣੇ, ਆਪਣੇ ਤਨ ਤੇ ਸਹਿਣੇ ਪ੍ਰਵਾਨ ਕਰ ਲਏ, ਪਰ ਗੁਰੂ ਦੀ ਬਖਸ਼ੀ ਹੋਈ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ। ਇਹ ਸਾਡੀ ਕੇਸ ਗੁਰੂ ਦੀ ਮੋਹਰ ਹਨ। ਇਸ ਵਾਸਤੇ ਇਹਨਾਂ ਨੂੰ ਅਸੀਂ ਕਦੀ ਵੀ ਕਿਸੇ ਵੀ ਹਾਲਤ ਵਿੱਚ ਪੈਰ ਦੀ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਅਸੀਂ ਬੇਅਦਬੀ ਨਹੀਂ ਕਰ ਸਕਦੇ। ਕਰਾਂਗੇ ਤਾਂ ਪਤਿਤ ਹੋ ਜਾਵਾਂਗੇ, ਔਰ ਪਤਿਤ ਨੂੰ ਦੁਬਾਰਾ ਪੰਜਾਂ ਅੱਗੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਲੈਣੀ ਪੈਂਦੀ ਹੈ, ਔਰ ਜੋ ਤਨਖਾਹ ਹੋਵੇ ਉਹ ਲੱਗਣੀ ਪੈਂਦੀ ਹੈ, ਲਵਾਉਣੀ ਪੈਂਦੀ ਹੈ। ਇੱਥੇ ਬੜੀ ਸਪਸ਼ਟ ਗੱਲ ਇਹ ਹੈ ਵੀ ਕੇਸਾਂ ਦੀ ਬੇਅਦਬੀ ਦੇ ਵਿੱਚ ਬੜਾ ਸਪਸ਼ਟ ਸਾਨੂੰ ਮਿਲਦੀ ਹੈ ਕਿ ਭਾਈ ਨੰਦ ਲਾਲ ਸਿੰਘ ਜੀ ਦੀ ਲਿਖਤ ਬੜੀ ਕਮਾਲ ਦੀ ਹੈ, ਜਿਹੜੀ ਫਾਰਸੀ ਦੇ ਵਿੱਚ ਮਿਲਦੀ ਹੈ। ਦੀਨੋ ਦੁਨੀਆ ਦਰ ਕਮੰਦੇ ਆਪੁਰੀ ਰੁਖਸਾਰਮਾ, ਹਰ ਦੋ ਆਲਮ ਕੀਮਤੇ ਯਖਤਾਰ ਹੋਈ ਯਾਰਮਾ। ਬੜੀ ਕਮਾਲ ਦੀ ਗੱਲ ਹੈ। ਜਿਹੜਾ ਉਹਨਾਂ ਨੇ ਇੱਕ ਸੀਨ ਬਿਆਨ ਕੀਤਾ ਵੀ ਪੀਰ ਬੁੱਧੂ ਸ਼ਾਹ ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ ਭੰਗਾਣੀ ਦੇ ਯੁੱਧ ਵਿੱਚ, ਕਲਗੀਧਰ ਪਾਤਸ਼ਾਹ ਦੇ ਸਨਮੁਖ ਲੜਦੇ ਹੋਏ 2 ਪੁੱਤਰ ਸ਼ਹੀਦ ਹੋਏ, ਮਰੀਦ ਸ਼ਹੀਦ ਹੋਏ, ਤੇ ਜਦੋਂ ਯੁੱਧ ਦੀ ਸਮਾਪਤੀ ਹੋਈ ਤਾਂ ਕਲਗੀਧਰ ਪਾਤਸ਼ਾਹ ਨੇ ਸਾਰਿਆਂ ਨੂੰ ਉਸ ਦਾ ਬਖਸ਼ਿਸ਼ ਕੀਤਾ ਤੇ ਕਿਹਾ, ਪੀਰ ਜੀ ਬਹੁਤ ਕੁਰਬਾਨੀ ਹੈ, ਆਪ ਜੀ ਦੇ ਬੱਚੇ ਸ਼ਹਾਦਤ ਦਾ ਜਾਮ ਪੀ ਗਏ ਹਨ, ਆਪ ਜੋ ਮੰਗਣਾ ਮੰਗੋ, ਤੁਹਾਡੇ ਲਈ ਰੱਬ ਦੇ ਪਰਮੇਸ਼ਰ ਦੇ ਕਰਤਾਰ ਦੇ ਦਰ ਤੇ ਅਰਦਾਸ ਬੇਨਤੀ ਕਰ ਸਕਦੇ। ਪੀਰ ਨੇ ਅੱਗੋਂ ਕਿਹਾ, ਪਾਤਸ਼ਾਹ ਸਾਰਾ ਕੁਝ ਮੇਰੇ ਪਾਸ ਹੈ, ਹਰ ਚੀਜ਼ ਹੈ, ਦੁਨੀਆ ਦੀ ਹਰ ਦੌਲਤ ਖੁਸ਼ੀ ਸਭ ਬਖਸ਼ੀ ਹੋਈ ਹੈ, ਸੱਚਮੁੱਚ ਜੇ ਤਰੁੱਠੇ ਹੀ ਹੋ, ਮੇਰੇ ਤੇ ਬਖਸ਼ਿਸ਼ ਕਰਨੇ ਲੱਗੇ ਹੋ, ਆਹ ਹੁਣੇ ਜਿਹੜੇ ਕੇਸ ਤੁਸੀਂ ਆਪਣੇ ਸਵਾਰੇ ਹਨ, ਔਰ ਕੰਘੇ ਵਿੱਚ ਜਿਹੜੇ ਕੇਸ ਹਨ ਉਹ ਮੈਨੂੰ ਆਪਣਾ ਕੰਘਾ ਕੇਸ ਯਾਦਗਾਰ ਦੇ ਤੌਰ ਤੇ ਦੇ ਦਿਓ, ਤਦ ਕਿ ਜਦੋਂ ਵੀ ਮੈਂ ਇਹ ਕੰਘੇ ਨੂੰ ਦੇਖਾਂ ਤੇ ਮੈਨੂੰ ਤੁਹਾਡਾ ਦੀਦਾਰ ਜਿਹੜਾ ਹੋ ਸਕੇ। ਕਿ ਕੰਘਾ ਲੈ ਕੇ, ਬਖਸ਼ਿਸ਼ ਲੈ ਕੇ, ਕਟਾਰ ਲੈ ਕੇ, ਦਸਤਾਰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਔਰ ਬੇਗਮ ਨਸੀਰਾਂ ਦੇ ਕੋਲ ਜਦੋਂ ਘਰ ਗਿਆ ਤੇ ਦੱਸਿਆ ਕਿ ਪੁੱਤਰ ਸ਼ਹੀਦ ਹੋ ਗਏ, ਤੇ ਬੇਗਮ ਨੇ ਪੁੱਛਿਆ, ਪੀਰ ਜੀ ਪੁੱਤਰਾਂ ਦਾ ਸ਼ਹੀਦ ਕਰਾ ਕੇ ਗੁਰੂ ਕੋ ਮਿਲਿਆ ਕੀ ਹੈ? ਅੱਗੋਂ ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਬੇਗਮ ਉਹ ਕੁਝ ਮਿਲ ਗਿਆ ਜੋ ਦੁਨੀਆ ਵਿੱਚ ਕਿਸੇ ਹੋਰ ਨੂੰ ਨਹੀਂ ਮਿਲਿਆ। ਪੀਰ ਜੀ ਇੱਡੀ ਕਿਹੜੀ ਕੀਮਤੀ ਹੈ, ਕਿਹੜੀ ਕੀਮਤੀ ਸ਼ੈ ਹੈ? ਪੀਰ ਜੀ ਨੇ ਉਹ ਕੰਘਿਆ ਵਾਲਾ ਗੁਰੂ ਦੇ ਬਖਸ਼ੇ ਹੋਏ ਜੋ ਕੰਘਾ ਕੇਸਾਂ ਸਮੇਤ ਕੱਢਿਆ, ਕਹਿਣ ਲੱਗਾ, ਗੁਰੂ ਦੀ ਆਹ ਬਖਸ਼ਿਸ਼ ਅੱਜ ਤੱਕ ਕਿਸੇ ਤੇ ਨਹੀਂ ਹੋਈ ਜੋ ਅੱਜ ਮੇਰੇ ਉੱਤੇ ਹੋਈ। ਅੱਗੋਂ ਉਹਨੇ ਜਵਾਬ ਦਿੱਤਾ, ਬੇਗਮ ਨਸੀਰਾਂ ਪੁੱਛਦੀ, ਬਸ ਬੱਚਿਆਂ ਦਾ ਕੀਮਤ ਆ ਕੰਘਾ ਤੇ 4 ਕੇਸ? ਅੱਗੋਂ ਉਹਦਾ ਜਵਾਬ ਸੀ, ਬੇਗਮ ਨਸੀਰਾਂ ਇਹਨੂੰ ਕੰਘਾ ਨਾ ਸਮਝ, ਦੀਨ ਦੁਨੀਆ ਦੋਨੋਂ ਬੱਧੇ ਅੰਦਰ ਜ਼ੁਲਫ ਪਿਆਰੇ, ਇੱਕ ਤਾਰ ਜ਼ੁਲਫ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ। ਬੇਗਮ ਨਸੀਰਾਂ ਤੂੰ 2 ਪੁੱਤਰਾਂ ਦੀ ਗੱਲ ਕੀਤੀ ਹੈ, ਮੈਂ ਤਾਂ 2 ਜਹਾਨ ਵਾਰ ਦੇਵਾਂ ਕਲਗੀਧਰ ਦੇ ਇੱਕ ਕੇਸ ਦੇ ਉੱਤੋਂ। ਇਤਨੀ ਕੀਮਤੀ ਦਾਤ ਮੈਨੂੰ ਕਲਗੀਧਰ ਦੇ ਦਰ ਤੋਂ ਮੈਨੂੰ ਪ੍ਰਾਪਤ ਹੋਈ ਹੈ। ਇਹ ਇਹੋ ਹੀ ਚੀਜ਼ ਭਾਈ ਨੰਦ ਲਾਲ ਸਿੰਘ ਨੇ ਲਿਖਤ, ਦੀਨੋ ਦੁਨੀਆ ਦਰ ਕਮੰਦੇ ਆਪੁਰੀ ਰੁਖਸਾਰਮਾ, ਹਰ ਦੋ ਆਲਮ ਕੀਮਤੇ ਯਖਤਾਰ ਹੋਈ ਯਾਰਮਾ। ਯਾਰ ਦੇ ਇੱਕ ਕੇਸ ਦੇ ਉੱਤੋਂ ਮੈਂ 2 ਜਹਾਨਾਂ ਨੂੰ ਵੀ ਕੁਰਬਾਨ ਕਰ ਦਿਆਂ। ਇਹ ਪਹਿਲੀ ਕੁਰੈਤ ਹੈ। ਉਸ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਕਿਸੇ ਹਿੱਸੇ ਤੋਂ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਪਰ ਨਾਲ ਲਿਖਿਆ ਹੈ, ਅਨਮੋਲ ਵਿੱਚ ਇੱਛਾ ਵਿਰੁੱਧ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਦੂਜਾ ਹੈ ਕੁੱਠਾ ਖਾਣਾ। ਕੁੱਠਾ ਤੋਂ ਭਾਵ ਉਹ ਮਾਸ ਹੈ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਵੇ। ਥੱਲੇ ਲਿਖਿਆ ਹੋਇਆ ਫੁੱਟਨੋਟ ਦੇ ਵਿੱਚ। ਪੈਰ ਟੂਬ 'ਚ ਸਪਸ਼ਟਤਾ ਤੋਂ ਬਾਅਦ ਸਵਾਲ ਕਰਨ ਦਾ ਕੋਈ ਆਧਾਰ ਤਾਂ ਰਹਿ ਹੀ ਨਹੀਂ ਜਾਂਦਾ ਵੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਕਈ ਲੋਕ ਜਾਣੇ ਜਾਂ ਜਾਣੇ 'ਚ ਕੁੱਠਾ ਖਾਣਾ ਤਿਆਗਣ ਦੀ ਬਜਾਏ ਮਾਸ ਖਾਣਾ ਤਿਆਗਣ ਦਾ ਉਪਦੇਸ਼ ਵੀ ਕਰਦੇ ਦੇਖੇ ਜਾਂਦੇ ਹਨ। ਪਰ ਕਿਸੇ ਨੂੰ ਹੱਕ ਨਹੀਂ ਹੈ, ਤੁਸੀਂ ਖਾਣਾ ਜਾਂ ਨਹੀਂ ਖਾਣਾ ਸਾਡੀ ਇੰਡੀਵਿਜੂਅਲ ਮਰਜ਼ੀ ਹੈ, ਪਰ ਅਸੀਂ ਕਿਸੇ ਨੂੰ ਇਹ ਕਹਿ ਕੇ ਨਹੀਂ ਰੋਕ ਸਕਦੇ ਇਹ ਕੁਰਾਇਤ ਹੈ, ਜਦਕਿ ਗੁਰੂ ਪੰਥ ਦਾ ਸਪਸ਼ਟ ਨਿਰਣਾ ਹੈ ਕਿ ਕੁੱਠਾ ਨਹੀਂ ਖਾਣਾ ਜੋ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ ਹੈ।
ਇਹਦੇ ਬਾਰੇ ਤੁਹਾਡੀ ਆਪਣੇ ਚੁਆਇਸ ਹੈ, ਜਾਤੀ ਚੁਆਇਸ ਹੈ। ਕਿਸੇ ਨੂੰ ਮਾਂਵਾਦੀ, ਕਿਸੇ ਨੂੰ ਮਾਂਸਵਾਦੀ। ਇਹਦੇ ਲਈ ਤੁਸੀਂ ਕਿਸੇ ਦੇ ਉੱਤੇ ਜ਼ਬਰਦਸਤੀ ਇਹ ਫੈਸਲੇ ਨਹੀਂ ਠੋਕ ਸਕਦੇ। ਨਾ ਹੀ ਅਸੀਂ ਠੋਕ ਸਕਦੇ ਹਾਂ ਕਿ ਨਹੀਂ ਜੀ ਇਹ ਤਾਂ ਕੁਰੈਤ ਹੋ ਗਈ, ਦੂਜਾ ਕਹੇ ਨਹੀਂ ਜੀ ਇਹ ਤਾਂ ਜ਼ਰੂਰੀ ਹੈ। ਇਹ ਐਵੇਂ ਝਗੜੇ ਦਾ ਕਾਰਨ, ਸਾਨੂੰ ਹੋਰ ਕੋਈ ਗੱਲ ਨਹੀਂ ਲੱਭਦਾ। ਜਦੋਂ ਵੀ ਕਿਤੇ ਸਵਾਲ ਆਣਗੇ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹੋ ਜਿਹੇ ਸਵਾਲ ਕਰਕੇ ਹਰ ਵੇਲੇ ਲੜਾਈ ਦੇ ਝਗੜਿਆਂ ਨੂੰ ਤਿਆਰੀ ਜਿਹੜੀ ਕੀਤੀ ਜਾਂਦੀ ਹੈ। ਗੁਰੂ ਪੰਥ ਦਾ ਹੁਕਮ ਹੈ ਪੁੱਠਾ ਨਹੀਂ ਖਾਣਾ, ਬਸ ਪੁੱਠਾ ਨਹੀਂ ਖਾਣਾ ਦਾ ਮਤਲਬ ਸਪਸ਼ਟ ਕਰ ਦਿੱਤਾ ਥੱਲੇ, ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ। ਇਸ ਤੋਂ ਵੱਧ ਨਾ ਕੋਈ ਦਲੀਲ ਤੇ ਨਾ ਕੋਈ ਅਪੀਲ ਇਹਦੇ ਵਿੱਚ ਅਸੀਂ ਕਰ ਸਕਦੇ ਹਾਂ, ਨਾ ਹੀ ਕੀਤੀ ਜਾ ਸਕਦੀ ਹੈ। ਤੋ ਇਸਲਾਮੀ ਸ਼ਰੀਅਤ ਦੇ ਮੁਤਾਬਕ ਕਿਸੇ ਜਾਨਵਰ ਜਾਂ ਪੰਛੀ ਦੀ ਦਾ ਕਲਮਾ ਪੜ੍ਹ ਕੇ ਸਾਹ ਅੱਗ ਵੱਢ ਦਿੱਤੀ ਜਾਏ ਤਾਂ ਇਹ ਮਾਸ ਹਲਾਲ ਜਾਂ ਖਾਣ ਲਾਇਕ ਹੈ ਉਹਨਾਂ ਦੇ ਮੁਤਾਬਕ। ਬਿਨਾਂ ਹਲਾਲ ਦੇ ਬਾਕੀ ਹਰ ਕਿਸਮ ਦਾ ਮਾਸ ਇਸਲਾਮ ਵਿੱਚ ਵਿਵਰਜਿਤ ਹੈ ਜਾਂ ਹਰਾਮ ਹੈ। ਉਸ ਨੂੰ ਖਾਣ ਵਾਲਾ ਸਭ ਤੋਂ ਥੱਲੇ 7ਵੇਂ ਨਰਕ ਵਿੱਚ ਜਾ ਕੇ ਲਿਖਦਾ, ਜੋ ਉਹਨਾਂ ਨੇ ਲਿਖਿਆ ਹੋਇਆ, ਜਿਹੜੇ ਛੱਡ ਹਲਾਲ ਹਰਾਮ ਤੱਕਨ ਵਿੱਚ ਹਾਵੀਏ ਦੂਸਾ ਸੱਟ ਗਿਆ ਨਹੀਂ। ਵਾਰਿਸ ਸ਼ਾਹ ਨੇ ਲਿਖਿਆ, ਜਿਹੜੇ ਛੱਡ ਹਲਾਲ ਹਰਾਮ ਤੱਕਨ ਵਿੱਚ ਹਾਵੀਏ ਦੂਜ ਖਾਂ ਸੱਟ ਗਏ ਨਹੀਂ। ਇਹ ਕੀਤਾ ਕੇਵਲ ਇਸਲਾਮ ਨੂੰ ਮੰਨਣ ਵਾਲਿਆਂ ਲਈ, ਪਰ ਵਕਤ ਦੇ ਹਾਕਮਾਂ ਨੇ ਪੁੱਠੇ ਦੇ ਹਰ ਕਿਸਮ ਦੇ ਮਾਸ ਤੇ ਪਾਬੰਦੀ ਲਗਾ ਦਿੱਤੀ। ਉਸ ਵੇਲੇ ਹਾਕਮਾਂ ਨੇ ਅਸਲ ਵਿੱਚ ਇੱਕ ਧਾਰਮਿਕ ਆਜ਼ਾਦੀ ਤੇ ਹਮਲਾ ਸੀ, ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿੱਚ ਇਹਦੇ ਵਿੱਚ ਆਵਾਜ਼ ਬੁਲੰਦ ਕੀਤੀ। ਉਹ ਸੀ ਨੀਲ ਬਸਤਰ ਪੈਰ ਹੋਵੇਂ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪੁਰਾਨ, ਅਭਾਖਿਆ ਕਾ ਕੁੱਤਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ। ਤਾਂ ਪੂਰਾ ਉੱਥੇ ਆਵਾਜ਼ ਬੁਲੰਦ ਕੀਤੀ। ਗੁਰਮਤਿ ਵਿੱਚ ਨਾ ਤਾਂ ਸਾਈਆਂ, ਯਹੂਦੀਆਂ ਜਾਂ ਕਾਲੀ ਪਾਸ਼ਕਾਂ ਤੇ ਬਲੀ ਦੇਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਧਾਰਮਿਕ ਤੌਰ ਤੇ ਮਾਸ ਖਾਣ ਦੀ ਰਸਮ ਸੀ, ਤੇ ਨਾ ਹੀ ਜੈਨੀਆਂ ਤੇ ਹਿੰਦੂਆਂ ਵਾਂਗ ਮਾਸ ਖਾਣ ਦੀ ਮਨਾਹੀ ਸੀ। ਇੱਥੇ ਧਰਮ ਦੀ ਓਟ ਲੈ ਕੇ ਖਾਣਾ ਤੇ ਧਰਮ ਦੀ ਓਟ ਲੈ ਕੇ ਤਿਆਗਣਾ ਪ੍ਰਵਾਨ ਨਹੀਂ ਸੀ, ਪਰ ਕਿਸੇ ਵੀ ਰੂਪ ਵਿੱਚ ਆਪਣਾ ਅਕੀਦਾ ਦੂਜਿਆਂ ਤੇ ਥੋਪਣਾ ਅਣਖ ਤੇ ਹਮਲਾ ਹੈ, ਜਾਂ ਅਣਖ ਤੇ ਹਮਲਾ ਸੀ। ਇਹ ਗੱਲ ਅਸੀਂ ਕਹਿ ਸਕਦੇ ਹਾਂ। ਤੋ ਇਹ ਦਲੀਲ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹ ਬੜੀ ਸਪਸ਼ਟ ਬਾਤ ਹੈ ਜੋ ਰਹਿਤਰਾਮੇ ਵਿੱਚ ਲਿਖੀ ਹੋਈ ਹੈ। ਇਸ ਤੋਂ ਬਾਅਦ ਜਾਤੀ ਵਿਚਾਰ ਅਸੀਂ ਦੇਣ ਦਾ ਸਾਨੂੰ ਹੱਕ ਨਹੀਂ ਹੈ। ਮੈਂ ਖਾਵਾਂ ਜਾਂ ਨਾ ਖਾਵਾਂ ਇਹ ਮੇਰੇ ਉੱਤੇ ਡਿਪੈਂਡ ਕਰਦਾ, ਪਰ ਸਾਨੂੰ ਆਪਣੇ ਜਾਤੀ ਵਿਚਾਰ ਕਿਸੇ ਉੱਤੇ ਠੋਸਣ ਦਾ ਕੋਈ ਅਧਿਕਾਰ ਜਿਹੜਾ ਹੈ ਉਹ ਨਹੀਂ ਮਿਲਿਆ। ਕੋਈ ਝਟਕਾ ਖਾਵੇ ਜਾਂ ਨਾ ਖਾਵੇ ਉਹਦਾ ਨਿੱਜੀ ਮਾਮਲਾ ਹੈ, ਪਰ ਮਾਸ ਖਾਣ ਵਾਲਾ ਸਿੰਘ ਸਦਾ ਇਹ ਚੇਤਨ ਰਹੇ ਕਿ ਪੁੱਠਾ ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਮਾਸ ਕਿਸੇ ਅਵਸਥਾ ਵਿੱਚ ਵੀ ਨਹੀਂ ਖਾਣਾ, ਜੋ ਕਿ ਤੁਰਕਾਂ ਦੀ ਗੁਲਾਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੋ ਤੀਜੀ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ। ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਇਸਤਰੀ ਜਾਂ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਕਾਇਮ ਕਰਨ ਨੂੰ ਗ੍ਰਹਿਤ ਕਿਹਾ ਗਿਆ ਹੈ। ਜੋ ਪੁਰਸ਼ ਜਾਂ ਇਸਤਰੀ ਅਜਿਹਾ ਕੁਕਰਮ ਕਰਦੇ ਹਨ, ਉਹ ਸਿੰਘ ਪਦਵੀ ਤੋਂ ਗਿਰੇ ਹੋਏ ਭਾਵ ਪਤਿਤ ਕਹੇ ਜਾਂਦੇ ਹਨ। ਉਹਨਾਂ ਨੂੰ ਪੰਥ ਵਿੱਚ ਸ਼ਾਮਲ ਹੋਣ ਲਈ ਦੁਬਾਰਾ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਚੇ ਚਰਨ ਵਾਲਾ ਸਮਾਜ ਸਥਾਪਿਤ ਕਰਨ ਦਾ ਯਤਨ ਕੀਤਾ ਹੈ, ਬਣਾਉਣ ਦਾ ਯਤਨ ਕੀਤਾ ਹੈ, ਜਿਸ ਸਮਾਜ ਦਾ ਹਰ ਮੈਂਬਰ ਜੀਵਨ ਦੇ ਉਤਰਾਅ ਚੜਾਅ ਵਿੱਚ ਆਪਣੇ ਇਖਲਾਕ ਦੇ ਉੱਤੇ ਕਾਇਮ ਰਹੇ। ਪੁਰਸ਼ ਤੇ ਇਸਤਰੀ ਦੋਵਾਂ ਲਈ ਜ਼ਰੂਰੀ ਚੀਜ਼ ਹੈ ਆਪਣੀ ਇਸਤਰੀ ਵਰਤ ਤੇ ਪਤੀ ਵਰਤਾ ਧਰਮ ਵਿੱਚ ਪਹਿਰਾ ਦੇਣਾ, ਕਿਉਂਕਿ ਅਜਿਹਾ ਕਰਨ ਨਾਲ ਹੀ ਸਮਾਜ ਦਾ ਢਾਂਚਾ ਮਜ਼ਬੂਤ ਤੇ ਨਿਰਮਲ ਬਣਿਆ ਰਹਿ ਸਕਦਾ ਹੈ। ਇਹ ਗੱਲ ਸਾਡੇ ਅਸਲ ਵਿੱਚ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਸਿੱਧ ਗੋਸ਼ਟ ਵਿੱਚ ਅਸੀਂ ਪੜ੍ਹਿਆ ਸੀ, ਪਰ ਘਰ ਜੋਹੇ ਹਾਣੇ ਹਾਨ। ਫਿਰ ਅੱਗੇ ਅਸੀਂ ਅਸਾ ਰਾਗ ਵਿੱਚ ਇੱਕ ਵਚਨ ਯਾਦ ਕੀਤਾ ਸੀ, ਜੈਸਾ ਸੰਗ ਵਿਸਿਰ ਸੁਹਾਰੇ ਤੈਸੋ ਹੀ ਪਰਗ੍ਰਹਿ। ਬਾਣੀ ਨੇ ਤੇ ਪਹਿਲਾਂ ਹੀ ਸਾਰੀਆਂ ਗੱਲਾਂ ਰੋਕੀਆਂ ਹੋਈਆਂ ਹਨ। ਪੜਤਿਆ ਰਾਵਣ ਜਾਏ ਸਹੀ ਤਾਂ ਲੱਜ ਗਿਆ, ਵੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਰਹਿਤਰਾਮਾ ਭਾਈ ਨੰਦ ਲਾਲ ਸਿੰਘ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ, ਖਾਲਸਾ ਸੋਏ ਪਰਤ ਰਿਹਾ ਤੇ ਭਾਗੇ, ਖਾਲਸਾ ਸੋਏ ਪਰ ਦ੍ਰਿਸ਼ ਤਿਆਗੇ। ਤੋ ਪ੍ਰੇਮ ਸਮਾਰਕ ਚ ਵੀ ਗੱਲ ਲਿਖੀ ਹੈ, ਮਰਦ ਹੋਏ ਕੇ ਪਰ ਨਾਰੀ ਦਾ ਸੰਗ ਨਾ ਕਰੇ, ਇਸਤਰੀ ਹੋਏ ਕੇ ਮਰਦ ਕੋ ਨਾ ਪਰਾਏ ਮਰਦ ਕੋ ਨਾ ਦੇਖੇ। ਇਹ ਵੀ ਉੱਥੇ ਲਿਖਿਆ ਹੋਇਆ। ਸਤਿਗੁਰੂ ਜੀ ਨੇ ਸਾਡੇ ਜੀਵਨ ਦੀ ਘਾਟ ਨੂੰ ਕੜਿਆ, ਸਾਡੇ ਜੀਵਨ ਨੂੰ ਬਣਾਇਆ,
ਸਤਿਗੁਰੂ ਜੀ ਨੇ ਸਾਨੂੰ ਦੂਜਿਆਂ ਵਾਂਗੂ ਇਹ ਗੱਲ ਜਿਹੜੀ ਹੈ ਕਰਨ ਦੇ ਉੱਤੇ ਜੋ ਖੁੱਲ੍ਹ ਨਹੀਂ ਦਿੱਤੀ। ਇੱਥੇ ਤਾਂ ਗੁਰਬਾਣੀ ਕਹਿੰਦੀ ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ, ਨਾਨਕ ਫੁੱਲਾ ਸੰਧੀ ਵਾੜ ਖੜਿਆ ਹਬ ਸੰਸਾਰ ਜੀ। ਭੂਸ਼ ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ, ਕੰਤ ਤਾਂ ਹੈ ਜੇ ਤੂੰ ਕਿਸੇ ਹੋਰ ਵੇਲ ਵੱਲ ਨਹੀਂ ਦੇਖੇਗਾ। ਜੇ ਤੂੰ ਕਿਸੇ ਹੋਰ ਵੱਲ ਵੇਖਿਆ ਕੰਤ ਦੀ ਪਦਵੀ ਤੋਂ ਡਿੱਗ ਜਾਏਗਾ, ਔਰ ਕੰਤ ਦੀ ਪਦਵੀ ਤੋਂ ਡਿੱਗਿਆ ਹੋਇਆ ਮਨੁੱਖ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਤੋ ਇਸ ਤੋਂ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਜੋ ਪਿਛਲੀ ਜਿਹੜੀ ਮੱਧ ਪੁੱਠਾ ਖਾਂਦੀ ਸੀ, ਇਹਦੇ 'ਚ ਇੱਕ 1936 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਰਹਿਤ ਮਰਿਆਦਾ ਨੂੰ 1945 ਸੋਧਰ ਸਮੇਂ ਧਾਰਮਿਕ ਸਲਾਹਕਾਰ ਕਮੇਟੀ ਦੇ ਕੁੱਤਾ ਸ਼ਬਦੀ ਫੁੱਟਨੋਟ ਜਿਹੜਾ ਸੀ ਦਿੱਤਾ ਗਿਆ। ਤੇ ਉਹਦੇ ਵਿੱਚ ਇਹ ਸਾਰੀ ਗੱਲ ਜਿਹੜੀ ਹੈ ਫੁੱਟਨੋਟ ਦੇ ਵਿੱਚ ਦਿੱਤੀ ਗਈ ਹੈ। ਮੈਂ ਫਿਰ ਵੀ ਆਪ ਜੀ ਜੇ ਰਹਿਤ ਮਰਿਆਦਾ ਦੇ ਇੱਥੇ ਥੱਲੇ ਦੇਖ ਸਕਦੇ ਹੋ, ਜਦੋਂ ਲਾਸਟ ਵਿੱਚ ਆਏਗਾ ਤਾਂ ਫੁੱਟਨੋਟ ਸਾਰੇ ਉਦੋਂ ਬਾਅਦ ਵੀ ਦਿੱਤੇ ਗਏ। ਇੱਥੇ ਬੜਾ ਸਪਸ਼ਟ ਹੈ, ਜੋ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਸਾਡਾ ਜੀਵਨ ਦਾ ਕਿਰਦਾਰ ਗੁਰੂ ਸਾਹਿਬ ਨੇ ਉੱਚਾ ਸੁੱਚਾ ਘੜਿਆ ਹੈ। ਚੌਥੀ ਜੋ ਕਰਾਇਤ ਹੈ ਉਹ ਹੈ ਤੰਬਾਕੂ ਦਾ ਵਰਣਨ। ਤੰਬਾਕੂ ਨੂੰ ਸਿੱਖੀ ਮੰਡਲ ਵਿੱਚ ਜਗਤ ਝੂਠ ਵੀ ਆਖਿਆ ਗਿਆ ਹੈ, ਇਸ ਲਈ ਇਸਦਾ ਖਾਣਾ ਪੀਣਾ ਸਿੰਘਾਂ ਲਈ ਸਖਤ ਮਨਾ ਹੈ। ਜੋ ਸਿੰਘ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦਾ ਹੈ, ਉਹ ਸਿੰਘ ਦੀ ਪਦਵੀ ਤੋਂ ਗਿਰਿਆ ਹੋਇਆ ਮੰਨਿਆ ਜਾਂਦਾ ਜਾਂ ਪਤਿਤ ਕਿਹਾ ਜਾਂਦਾ ਹੈ। ਅੱਜ ਦੀ ਸਾਰੀ ਦੁਨੀਆ ਨਵੀਨਤਮ ਖੋਜਾਂ ਨੇ ਸਾਰੀ ਦੁਨੀਆ 'ਚ ਗੱਲ ਸਪਸ਼ਟ ਕਰ ਦਿੱਤੀ ਕਿ ਤੰਬਾਕੂ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਇਸ ਦੀ ਵਰਤੋਂ ਕਰਨ ਵਾਲੇ ਦੇ ਫੇਫੜੇ, ਦਿਲ, ਅੱਖਾਂ, ਹੋਰ ਅੰਗ ਜਿਵੇਂ ਕੈਂਸਰ, ਕਈ ਹੋਰ ਰੋਗਾਂ ਦਾ ਸ਼ਿਕਾਰ ਹੋਇਆ ਜਾ ਸਕਦਾ ਹੈ। ਕੇਵਲ ਪੀਣ ਵਾਲੇ ਨਹੀਂ, ਸਗੋਂ ਉਸਦੇ ਕੋਲ ਬੈਠਣ ਵਾਲੇ ਉਹਦੇ ਗੰਦੇ ਧੂਏ ਨਾਲ ਵੀ ਅਨੇਕਾਂ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰੂ ਪਾਤਸ਼ਾਹ ਜੀ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਿੱਖ ਪੰਥ ਨੂੰ ਇਸ ਨਾਮਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਕਰੜੇ ਹੁਕਮ ਕੀਤੇ ਸਨ। ਕਾਬਲ ਦੀ ਸੰਗਤ ਦੇ ਨਾਂ ਤੇ ਜਦੋਂ ਹੁਕਮਨਾਮਾ ਭੇਜਿਆ ਤੇ ਲਿਖਿਆ ਸੀ ਤੰਬਾਕੂ ਨਾ ਵਰਤਣਾ। ਰੂਪਾਨ ਛੋਏ ਹੱਥ ਵਿੱਚ ਨਾਸਕਾ ਕੱਟੀ, ਰਹਿਤਨਾਮਾ ਭਾਈ ਦਇਆ ਸਿੰਘ ਜੀ, ਉਹਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਸਾਨੂੰ ਲਿਖੀ ਹੋਈ ਮਿਲਦੀ ਹੈ। ਗੁਰੂ ਕਾ ਸਿੱਖ ਬਸ ਲੱਗਦੇ ਵਿਖਿਆ ਦੀ ਵੰਝ ਵੀ ਨਾ ਕਰੇ, ਗੁਰਾ ਸਿੱਖ ਵਿਖਿਆ ਨਾ ਪੀਵੇ। ਤੰਬਾਕੂ ਨੂੰ ਲਿਖਿਆ ਗਿਆ ਪ੍ਰੇਮ ਸਮਾਰਗ ਵਿੱਚ। ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੇ, ਰਹਿਤਵੰਤ ਸੋ ਸਿੰਘ ਵਸੇਖੇ। ਇਹ ਰਹਿਤਨਾਮਾ ਭਾਈ ਦਇਆ ਸਿੰਘ ਜੀ ਦਾ ਸਾਨੂੰ ਮਿਲਦਾ ਹੈ। ਅੱਗੇ ਸੀ ਅਨੁਭੋਲ ਵਿੱਚ ਕੋਈ ਡੰਡ ਨਹੀਂ, ਆਮ ਬੋਲਚਾਲ ਵਿੱਚ ਇਹਨੂੰ ਬੱਜਰ ਕਰਾਇਤਾਂ ਕਿਹਾ ਜਾਂਦਾ ਹੈ, ਜਿਸ ਤੋਂ ਭਾਵ ਹੈ ਕਿ ਇਹਨਾਂ 'ਚ ਕੋਈ ਇੱਕ ਜਾਂ ਵਧੇਰੇ ਹੋਣ ਨਾਲ ਰਹਿਤ ਭੰਗ ਹੋਣੀ ਮੰਨੀ ਜਾਂਦੀ ਹੈ। ਅਜਿਹੇ ਵਿਅਕਤੀ ਨੂੰ ਮੁੜ ਕੇ ਪੰਜਾ ਕੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਲੈਣੀ ਪੈਂਦੀ ਹੈ। ਇਸ ਨਾਲ ਇਹ ਵੀ ਹੁਕਮ ਕੀਤਾ ਕਿ ਜੇਕਰ ਵਿਅਕਤੀ ਦੀ ਮਰਜ਼ੀ ਦੇ ਖਿਲਾਫ ਅਣਜਾਣੇ ਜਾਂ ਅਣਚਾਹਿਆ ਹੀ ਅਜਿਹੀ ਕਰਾਇਤ ਹੋ ਜਾਂਦੀ ਤਾਂ ਕੋਈ ਦੰਡ ਨਹੀਂ। ਜਿਸ ਤਰ੍ਹਾਂ ਭੁਲੇਖੇ ਨਾਲ ਪੁੱਠਾ ਜਾਂ ਤੰਬਾਕੂ ਖਾਧਾ ਜਾਵੇ, ਕਿਸੇ ਸਵਾਬ ਵਿਚਾਰ ਨਾਲ ਕੁਝ ਰੋਮਾਂ ਦੀ ਬੇਦਬੀ ਹੋ ਜਾਏ। ਅਜਿਹੀਆਂ ਘਟਨਾਵਾਂ ਵੱਲ ਵੀ ਧਿਆਨ ਦਿਵਾਇਆ ਗਿਆ ਹੈ ਜਦੋਂ ਜਾਬਰਾਂ ਨੇ ਧੱਕੇ ਨਾਲ ਕਿਸੇ ਸਿੰਘ ਦੇ ਕੇਸਾਂ ਦੀ ਬੇਦਬੀ ਕੀਤੀ ਹੋਵੇ, ਪੁੱਠਾ ਖਵਾ ਦਿੱਤਾ ਹੋਵੇ, ਬੀਬੀਆਂ ਨਾਲ ਕਈ ਜਬਰ ਜਨਾਹ ਵੀ ਕੀਤੇ ਹੋਣ। ਇਹ ਮਰਜ਼ੀ ਦੇ ਖਿਲਾਫ ਧੱਕੇ ਚੋਰੀ ਦੇ ਨਾਲ ਕੋਈ ਵਧੀਕੀ ਦਾ ਸ਼ਿਕਾਰ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ। ਇਹ ਜਿਹੜਾ ਸਾਡਾ ਹੈ ਵੀ ਕਿ ਜੇ ਆਪਣੀ ਇੱਛਾ ਦੇ ਵਿਰੁੱਧ ਅਨੁਭੂਲ ਹੀ ਕੋਈ ਕਰਾਇਤ ਹੋ ਜਾਵੇ ਤਾਂ ਫਿਰ ਇਹਦੇ ਲਈ ਕੋਈ ਦੰਡ ਨਹੀਂ। ਮਰਿਆਦਾ ਦੇ ਹਿੱਸੇ ਨੂੰ, ਖਾਲਸੇ ਨੂੰ ਨਖਾਲਸ ਬਣਾਏ ਰੱਖਣ ਲਈ ਸੰਗਤ ਤੇ ਸੰਗਤ ਦਾ ਜ਼ਿਕਰ ਕੀਤਾ। ਨਾਲ ਹੀ ਕੋਈ ਭੁੱਲ ਹੋ ਜਾਂਦੀ ਸੂਰਤ ਵਿੱਚ ਦੋਸ਼ ਮੁਕਤ ਹੋਣ ਤੋਂ ਇਹ ਸਾਰੀ ਮਰਿਆਦਾ ਜਿਹੜੀ ਹੈ ਉਹ ਦੱਸੀ ਗਈ ਹੈ। ਇਹ ਸਾਰੀ ਮਰਿਆਦਾ ਜਿਹੜੀ ਹੈ ਇਹ ਖਾਲਸਾ ਪੰਥ ਨੂੰ ਇੱਕ ਲੜੀ ਵਿੱਚ ਪਰਾਉਣ ਲਈ ਬਣਾਈ ਗਈ ਹੈ। ਇਸ ਤੋਂ ਅਗਲੀਆਂ ਵਿਚਾਰਾਂ ਲੜੀਵਾਰ ਜਿਹੜਾ ਜਾਂ ਉਸ ਤੋਂ ਅਗਲੀਆਂ ਵਿਚਾਰਾਂ ਅਸੀਂ ਅਗਲੀ ਕਲਾਸ ਵਿੱਚ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹਾਂ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।